ਜਿਹੜੀ ਆ ਵੀਡੀਓ ਆਈ ਹੈ ਇਸ ਤੋਂ ਬਾਅਦ ਤਾਂ ਡਾਕਟਰ ਸਾਹਿਬ ਵਾਕਈ ਸ਼ਰਮਸਾਰ ਹੋ ਗਈ, ਇਨਸਾਨੀਅਤ ਹੀ ਸ਼ਰਮਸਾਰ। ਇਹ ਸ਼ਰਮਨਾਕ ਵੀਡੀਓ ਤਾਂ ਦੇਖਣ ਲੱਗੇ ਹਰੇਕ ਹਿੰਦੁਸਤਾਨੀ ਦੇ ਹਰੇਕ ਭਾਰਤੀ ਦੇ ਲੂੰ ਕੰਡੇ ਖੜੇ ਹੋ ਗਏ। ਜਿਹਦੇ ਨਹੀਂ ਹੋਏ ਤਾਂ ਉਹ ਇਨਸਾਨ ਹੀ ਹੈ ਨਹੀਂਗਾ, ਉਹਨੂੰ ਇਨਸਾਨ ਕਹਾਉਣ ਦਾ ਹੱਕ ਹੀ ਕੋਈ ਨਹੀਂ। ਇੰਡੀਆ ਦੀ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਉਹ ਸਮੁਦਾਇ ਦੇ ਮਰਦਾਂ ਨੇ। ਇਹਨਾਂ ਦੇ ਨਾਲ ਇਹ ਜਿਹੜਾ ਕਰਮ ਕੀਤਾ ਵਾ, ਉਸ ਦੇਸ਼ ਦੇ ਵਿੱਚ ਇਹ ਘਟਨਾ ਹੋਈ ਆ ਜਿਸ ਦੇਸ਼ ਦੀ ਪ੍ਰੈਜ਼ੀਡੈਂਟ ਇੱਕ ਔਰਤ ਹੋਵੇ। ਭਾਰਤ ਦੀ ਬਹੁਤ ਵੱਡੀ ਕਾਮਯਾਬੀ, ਅਸੀਂ ਵੀ ਬੜਾ ਢੋਲ ਵਜਾੜੇ ਕੀਤੇ ਕਿ ਦੇਖੋ ਜੀ ਅਸੀਂ ਤਾਂ ਬੜੇ ਡਿਵੈਲਪਡ ਕੰਟਰੀ 'ਚ ਹੀ ਆਉਣ ਲੱਗ ਗਏ ਹਾਂ। ਤੇ ਇੱਕ ਪਾਸੇ ਅੱਜ ਦੀਆਂ ਜਿਹੜੀਆਂ ਤਸਵੀਰਾਂ ਕਿੱਥੇ ਖੜੇ ਹੋਵਾਂਗੇ ਅਸੀਂ? ਕੀ ਸਾਨੂੰ ਭਾਰਤ ਨੂੰ ਕਿਸ ਤਰੀਕੇ ਨਾਲ ਦੇਖਦੇ ਹੋਣਗੇ? ਕੀ ਸਾਨੂੰ ਉਹ ਤਾਲੀਬਾਨੀ ਨਹੀਂ ਸਮਝਦੇ ਹੋਣਗੇ ਇਸ ਟਾਈਮ? ਜਦੋਂ ਸਾਡੀਆਂ ਬੇਟੀਆਂ ਤੇ ਸਾਡੀਆਂ ਭੈਣਾਂ ਤੇ ਇਹੋ ਜਿਹੀ ਘਟਨਾਵਾਂ ਹੋਣਗੀਆਂ ਤਾਂ ਅਸੀਂ ਲੱਖ ਚੰਦਰਯਾਨ ਤੇ ਤੁਰੇ ਫਿਰੀਏ, ਅਸੀਂ ਲੱਖ ਆਪਦਾ ਡਾਂਕਾ ਸਾਰੀ ਦੁਨੀਆ 'ਚ ਵਜਾਉਂਦੇ ਫਿਰੀਏ। ਇੱਥੇ ਸਗੋਂ ਸਜ਼ਾ ਵੀ ਤਾਲੀਬਾਨੀ ਦੇਣੀ ਚਾਹੀਦੀ ਹੈ ਨਾ। ਆਉਣ ਵਾਲੀਆਂ ਸਦੀਆਂ ਯਾਦ ਰੱਖਣ ਬਈ 21ਵੀਂ ਸਦੀ ਵਿੱਚ ਜੇ ਭਾਰਤ 'ਚ ਕੁਝ ਹੋਇਆ ਸੀ ਤਾਂ ਇਹੋ ਜਿਹੀ ਸਜ਼ਾ ਦਿੱਤੀ ਗਈ ਸੀ। ਮਨੀਪੁਰ ਹੈਗਾ ਤਾਂ ਭਾਰਤ ਦਾ ਹਿੱਸਾ ਨਾ, ਤੇ ਜਦੋਂ ਇਹੋ ਜਿਹਾ ਵਤੀਰਾ ਹੋਵੇ ਤਾਂ ਤੁਹਾਨੂੰ ਨਹੀਂ ਲੱਗਦਾ ਕਿ 2024 'ਚ ਮੁੱਦਾ ਬਣ ਸਕਦਾ? ਇਹ ਮੁੱਦਾ ਤਾਂ ਬਣ ਚੁੱਕਿਆ ਵਾ। ਇਹਦੀ ਗੂੰਜ ਹਿੰਦੁਸਤਾਨ ਦੇ ਗਲੀ ਤੇ ਮੁਹੱਲੇ ਵਿੱਚ ਗੂੰਜੂਗੀ। ਡਬਲ ਇੰਜਨ ਦੀ ਸਰਕਾਰ ਨੂੰ ਕਿਤੇ ਨਾ ਕਿਤੇ ਇਹ ਪਤਾ ਵੀ ਹੋਣਾ ਤੇ 2 ਮਹੀਨੇ ਬਾਅਦ ਉਹਨੂੰ ਚੁੱਪ ਰੱਖਣਾ, ਕੋਈ ਸਜ਼ਾਵਾਂ ਨਾ ਦਿੱਤੀਆਂ ਜਾਣੀਆਂ, ਕੋਈ ਅਰੈਸਟ ਨਾ ਕੀਤੀ ਜਾਣੀ ਤੇ ਇਹ ਇੱਕ ਸਮੁਦਾਇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਏ। ਮਤਲਬ ਵੋਟਾਂ ਦੀ ਰਾਜਨੀਤੀ ਹੋਈ ਹੋਣੀ ਹੈ। ਤੁਹਾਨੂੰ ਵੀ ਲੱਗਦਾ ਵੋਟਾਂ ਦੀ ਰਾਜਨੀਤੀ ਇੱਥੇ ਵੀ ਹੋਈ ਹੋਣੀ ਹੈ? ਹਜੂਮ ਮੈਂ ਕਹੂੰਗਾ ਇੱਕ ਮਰਦਾਂ ਦਾ ਹਜੂਮ ਕਿਸ ਤਰ੍ਹਾਂ ਨਾਲ ਉਤਪੀੜਿਤ ਕਰ ਰਿਹਾ ਵਾ, ਕਿਸ ਤਰ੍ਹਾਂ ਨਾਲ ਤੰਗ ਕਰ ਰਿਹਾ ਵਾ, ਮੋਲਸਟੇਟ ਕਰ ਰਿਹਾ ਵਾ। ਉਧਰ ਪੈਰੋਲ ਮਿਲ ਗਈ ਹੈ, ਫਿਰ ਦੁਬਾਰਾ 30 ਦਿਨ ਦੀ ਪੈਰੋਲ ਤੇ ਗਏ ਚਲੇ ਨੇ ਸਾਡੇ ਰਾਮ ਰਹੀਮ। ਸਿੱਖਾਂ ਦੇ ਜ਼ਖਮਾਂ ਨੂੰ ਖਰੇਦਣ ਤੋਂ ਬਾਅਦ ਨੂਨ ਛਿੜਕਣ ਵਾਲੀ ਗੱਲ ਹੈਗੀ ਹੈ। ਜਿਹੜੇ ਬੰਦੇ ਇੰਨੇ ਟਾਈਮ ਤੋਂ ਬੰਦ ਨੇ, ਜਿਹੜੇ ਪੈਰੋਲ ਡਿਜ਼ਰਵ ਕਰਦੇ ਆ, ਉਹਨਾਂ ਨੂੰ ਕਿਉਂ ਨਹੀਂ? ਕਿਉਂ ਵਿਚਾਰੇ ਜਿਹੜੇ ਤੜਫ ਰਹੇ ਆ, ਅੰਦਰ ਬੈਠੇ ਆ, ਇੰਨੇ ਸੰਗੀਨ ਉਹਨਾਂ ਤੇ ਆਰੋਪ ਵੀ ਹੈ ਨਹੀਂ ਗੇ। ਆਪਾਂ ਸਮਾਜ ਨੂੰ ਕੀ ਦੇ ਰਹੇ ਆ? ਤੁਸੀਂ ਵੋਟਾਂ ਦੀ ਰਾਜਨੀਤੀ ਕਰਨੀ ਉਹ ਬਾਅਦ ਦੀਆਂ ਗੱਲਾਂ ਨੇ, ਪਰ ਸਮਾਜ ਨੂੰ ਕੀ ਦੇ ਰਹੇ ਆ? ਇੱਕ ਬਲਾਤਕਾਰ ਕਰਦਾ ਹੈ ਤੇ ਜਿਨਸੀ ਕਤਲ ਕਰਦਾ, ਉਹਨੂੰ ਅਸੀਂ ਪੈਰੋਲ ਦੇ ਦਿੰਦੇ। ਇੰਨੇ ਗੁਨਾਹ ਕਰਨ ਤੋਂ ਬਾਵਜੂਦ ਸਰਕਾਰ ਉਹਦੇ ਹੱਥਾਂ 'ਚ ਖੇਡੀ ਜਾਂਦੀ ਹੈ। ਸਿਰਫ ਤੇ ਸਿਰਫ ਇਹਨੂੰ ਰਾਮ ਰਹੀਮ ਨੂੰ ਪੈਰੋਲ ਹੀ ਨਹੀਂ ਦਿੱਤੀ ਜਾ ਰਹੀ, ਇੱਕ ਮਾਈਨੋਰਟੀ ਕਮਿਊਨਿਟੀ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੁੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਬਿਯੋਂਡ ਦਾ ਵੇ। ਜੀ ਹਾਂ, ਨਜ਼ਰ ਅੱਜ ਰਹੇਗੀ ਸਾਡੀ ਮਨੀਪੁਰ ਵਾਲੇ ਪਾਸੇ, ਕਿਉਂਕਿ ਮਨੀਪੁਰ ਤੋਂ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ ਜੋ ਕਿ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤੇ ਉਹ ਵੀਡੀਓ ਦੇਖ ਕੇ ਲੱਗਦਾ ਨਹੀਂ ਕਿ ਉਹ ਭਾਰਤ ਦੀ ਹੋਣੀ ਹੈ, ਕਿਉਂਕਿ ਇਹੋ ਜਿਹੀਆਂ ਵੀਡੀਓ ਤਾਲੀਬਾਨ ਵਾਲੇ ਪਾਸੋਂ ਤਾਂ ਜ਼ਰੂਰ ਦੇਖੀਆਂ ਸੀਗੀਆਂ, ਪਰ ਉਹ ਹੈਗੀ ਵਾਕਈ ਮਨੀਪੁਰ ਦੀ ਹੈ। ਕਿਸ ਤਰੀਕੇ ਨਾਲ 2 ਔਰਤਾਂ ਨੂੰ ਨੰਗਨ ਹਾਲਾਤ ਦੇ ਵਿੱਚ ਘੁਮਾਇਆ ਜਾਂਦਾ ਤੇ ਫਿਰ ਉਹਨਾਂ ਨਾਲ ਸਮੂਹਿਕ ਬਲਾਤਕਾਰ ਵੀ ਕੀਤਾ ਜਾਂਦਾ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਉਹ ਵੀਡੀਓ, ਉਸ ਤੇ ਚਰਚਾ ਕਰਾਂਗੇ। ਤੇ ਨਾਲ ਹੀ ਗੱਲ ਹੋਏਗੀ ਰਾਮ ਰਹੀਮ ਦੀ, ਕਿਉਂਕਿ ਇੱਧਰ ਰਾਮ ਰਹੀਮ ਨੂੰ 7ਵੀਂ ਵਾਰ ਪੈਰੋਲ ਤੇ ਦੇ ਦਿੱਤੀ ਗਈ ਹੈ ਤੇ ਨਾਲ ਯਾਨੀ ਕਿ ਇਸ ਸਾਲ 'ਚ ਦੂਜੀ ਵਾਰ, ਤੇ ਵੈਸੇ 6 ਵਾਰ ਉਹ ਪਹਿਲਾਂ ਜਾ ਚੁੱਕੇ ਨੇ ਤੇ 7ਵੀਂ ਵਾਰ ਫਿਰ ਰਾਮ ਰਹੀਮ ਸੁਨਹਿਰੀਆ ਜੇਲ੍ਹ ਤੋਂ ਬਾਹਰ ਆਏਗਾ ਤੇ ਬਾਗਪਤ ਦੇ ਵਿੱਚ ਡੇਰਾ ਲਾਏਗਾ। ਇਸੇ ਦੇ ਚਰਚਾ ਕਰਾਂਗੇ ਤੇ ਮੇਰੇ ਨਾਲ ਮੌਜੂਦ ਰਹਿਣਗੇ ਡਾਕਟਰ ਬੂਟਾ ਸਿੰਘ ਬੈਰਾਗੀ ਜੀ। ਆਓ ਨਾਲ ਸਵਾਗਤ ਕਰ ਲੈਂਦੇ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਨਿਰਭਇਆ ਕਾਂਡ ਯਾਦ ਸੀਗਾ, ਸਾਰਾ ਦਿੱਲੀ ਉਦੋਂ ਲੱਗਿਆ ਇਨਸਾਨੀਅਤ ਵਾਕਈ ਜਿਸ ਤਰੀਕੇ ਨਾਲ ਲੋਕ ਇਕੱਠੇ ਹੋ ਗਏ, ਸਰਕਾਰ ਵੀ ਉਸ ਤੋਂ ਬਾਅਦ ਹਿਲ ਗਈ, ਹਰੇਕ ਪੱਖੋਂ ਲੱਗਦਾ ਸੀ ਕਿ ਸ਼ਾਇਦ ਇੱਕ ਆਉਣ ਵਾਲੇ ਸਮੇਂ 'ਚ ਇਹੋ ਜਿਹਾ ਕੁਝ ਨਾ ਦੇਖੀਏ ਅਸੀਂ। ਪਰ ਜਿਹੜੀ ਆ ਵੀਡੀਓ ਆਈ ਹੈ ਇਸ ਤੋਂ ਬਾਅਦ ਤਾਂ ਡਾਕਟਰ ਸਾਹਿਬ ਵਾਕਈ ਸ਼ਰਮਸਾਰ ਹੋ ਗਈ, ਇਨਸਾਨੀਅਤ ਹੀ ਸ਼ਰਮਸਾਰ ਹੋ ਗਈ। ਕਿਉਂਕਿ ਅਕਸਰ ਇਹੋ ਜਿਹੀ ਵੀਡੀਓਜ਼, ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਤਾਲੀਬਾਨ ਵਾਲੇ ਪਾਸੋਂ ਤਾਂ ਆਉਂਦੀਆਂ ਦੇਖਦੇ ਸੀਗੇ ਕਿ ਉੱਥੇ ਇਹੋ ਜਿਹੇ ਤਾਲੀਬਾਨੀ ਫਰਮਾਨ ਸੁਣਾ ਦਿੱਤੇ ਜਾਂਦੇ ਸੀਗੇ, ਪਰ ਇਸ ਤਰੀਕੇ ਨਾਲ ਜੋ ਵੀਡੀਓ ਆਈ, ਨਾਲੇ ਵੀਡੀਓ 4 ਮਈ ਦੀ ਦੱਸੀ ਜਾ ਰਹੀ ਹੈ, ਕਾਰਵਾਈ ਹੁਣ ਹੋ ਰਹੀ ਹੈ, ਕਿੰਨਾ ਦੁਖਾਂਤ ਹੈ ਡਾਕਟਰ ਸਾਹਿਬ?
ਸੁਰਿੰਦਰ ਜੀ, ਪਹਿਲਾਂ ਤਾਂ ਇਸ ਘਟਨਾ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਓਨੀ ਥੋੜੀ ਆ। ਬਿਲਕੁਲ ਤੁਹਾਡੀ ਗੱਲ ਸਹੀ ਆ। ਇਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਹ ਵੀਡੀਓ ਘਟਨਾ ਹੈਗੀ, ਜਿਹੜੀ ਮਨੀਪੁਰ ਤੋਂ ਅੱਜ ਸਾਰੇ ਦੇਸ਼ ਦੇ ਵਿੱਚ ਰਿਫਲੈਕਟ ਹੋਈ ਆ। ਕੱਲ ਜਿਹੜੀ ਸੋਸ਼ਲ ਮੀਡੀਆ ਤੇ ਕੱਲ ਦੀ ਘੁੰਮ ਰਹੀ ਆ ਤੇ ਸਾਰੇ ਦੇਸ਼ ਵਾਸੀਆਂ ਨੇ ਦੇਖਿਆ। ਮੈਨੂੰ ਲੱਗਦਾ 21ਵੀਂ ਸਦੀ ਦੇ ਵਿੱਚ ਇਦੋਂ ਕੋਈ ਘਿਰਾਉਣੀ ਹਰਕਤ ਨਹੀਂ ਹੋ ਸਕਦੀ, ਤੇ ਇਹੋ ਜਿਹੀਆਂ ਹਰਕਤਾਂ ਸੱਭਿਆ ਸਮਾਜ ਲਈ ਬਿਲਕੁਲ ਇੱਕ ਸਟਿਗਮਾ, ਇੱਕ ਸ਼ਰਮਨਾਕ ਕਾਰਵਾਈ ਆ। ਤੇ ਜਿੰਨੀ ਕੜੀ ਤੋਂ ਕੜੀ ਇਹਦੀ ਨਿੰਦਾ ਕੀਤੀ ਜਾਵੇ ਓਨੀ ਘੱਟ ਆ। ਤੇ ਨਾਲ ਹੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਉਹ ਸਜ਼ਾ ਦੇਣੀ ਚਾਹੀਦੀ ਆ ਕਿ ਆਉਂਦੀਆਂ ਸਦੀਆਂ ਉਸ ਸਜ਼ਾ ਨੂੰ ਯਾਦ ਰੱਖਣ। ਸੁਰਿੰਦਰ ਜੀ, ਇੱਥੇ ਤੁਸੀਂ ਗੱਲ ਨਿਰਭਇਆ ਕਾਂਡ ਦੀ ਕੀਤੀ, ਦਿੱਲੀ ਇਨਸੀਡੈਂਟ ਦੀ ਕੀਤੀ ਆ, ਉਹਦੇ ਨਾਲ ਇਹਨੂੰ ਆਪਾਂ ਬਿਲਕੁਲ ਵੀ ਕੋਰਲੇਟ ਨਹੀਂ ਕਰ ਸਕਦੇ। ਉਹ ਇੱਕ ਹੋਰ ਤਰ੍ਹਾਂ ਦਾ ਕ੍ਰਾਈਮ ਸੀਗਾ। ਇਹ ਕ੍ਰਾਈਮ ਨੇ, ਮੈਂ ਮਹਿਸੂਸ ਕਰਦਾ ਉਹ ਵੀਡੀਓ ਦੇਖਣ ਤੋਂ ਬਾਅਦ, ਬਈ ਹਿੰਦੁਸਤਾਨ ਇੰਡੀਆ ਦੀ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਜੜ੍ਹਾਂ ਕਿਵੇਂ ਹਿਲਾ ਕੇ ਰੱਖ ਦਿੱਤੀਆਂ ਕਿ ਅਸੀਂ ਉਹ ਦੇਸ਼ਾਂ ਜਿਹੜੀਆਂ ਵੱਖ-ਵੱਖ ਭਾਸ਼ਾਵਾਂ, ਵੱਖ-ਵੱਖ ਜਾਤਾਂ, ਵੱਖ-ਵੱਖ ਕਬੀਲਿਆਂ, ਵੱਖ-ਵੱਖ ਧਰਮਾਂ ਦਾ ਇੱਕ ਸਮੂਹ ਆ, ਤੇ ਇੱਥੇ ਇੱਕ ਸਮੁਦਾਇ ਵੱਲੋਂ ਦੂਜੇ ਸਮੁਦਾਇ ਦੇ ਨਾਲ ਇਵੇਂ ਕਰ ਦੇਣਾ ਪਹਿਲਾਂ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਹੈਗੀ। ਪਹਿਲਾਂ ਵੀ ਇਹੋ ਜਿਹਾ ਹੁੰਦਾ ਰਿਹਾ ਵਾ। 1984 ਦੇ ਵਿੱਚ ਹੋਇਆ, ਫਿਰ ਗੋਧਰਾ ਦੇ ਵਿੱਚ ਹੋਇਆ। ਪਰ ਸੁਰਿੰਦਰ ਜੀ, ਉਹ ਘਟਨਾਵਾਂ ਇੱਕ ਹੋਰ ਤਰ੍ਹਾਂ ਦੀਆਂ ਸੀਗੀਆਂ। ਇਸ ਨੇ ਤਾਂ ਜਿਹੜਾ ਜਿੱਥੇ ਇੱਕ ਸਮੁਦਾਇ ਦੀ ਲੇਡੀਜ਼ ਦੇ ਉੱਤੇ ਅਟੈਕ ਕੀਤਾ, ਉੱਥੇ ਸਮੁੱਚੀ ਔਰਤ ਵਰਗ ਦੇ ਉੱਤੇ 21ਵੀਂ ਸਦੀ ਵਿੱਚ ਹੋਣ ਵਾਲਾ ਉਹ ਅਪਰਾਧ ਆ ਜਿਹਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਹ ਵੀ ਦਿਨ ਦਿਹਾੜੇ ਇੱਕ ਮੁੱਢ ਦੇ ਵਿੱਚ, ਇੱਕ ਭੀੜ ਦੇ ਵਿੱਚ। ਸੁਰਿੰਦਰ ਜੀ, ਮੈਂ ਇਹਨੂੰ ਹੋਰ ਥੋੜਾ ਜਿਹਾ ਇਹਦੀ ਡਿਟੇਲ 'ਚ ਜਾਵਾਂ ਤਾਂ ਮਨੀਪੁਰ ਦੇ ਵਿੱਚ 3 ਸਮੁਦਾਇ ਰਹਿੰਦੇ ਨੇ। 3 ਨਾਗਾ, ਕੁਕੀ ਤੇ ਮਥਈ। ਤੇ ਇਹ ਮਥਈ ਤੇ ਕੁਕੀ ਦਾ ਕਲੈਸ਼ ਉੱਥੋਂ ਕਾਫੀ ਟਾਈਮ ਤੋਂ ਚੱਲ ਰਿਹਾ ਵਾ। ਇਹ ਲੇਡੀਜ਼ ਕੁਕੀ ਸਮੁਦਾਇ ਦੀਆਂ ਸੀਗੀਆਂ। ਜਿਹੜੇ ਮਥਈ ਮਰਦਾਂ ਨੇ, ਉਹ ਸਮੁਦਾਇ ਦੇ ਮਰਦਾਂ ਨੇ ਇਹਨਾਂ ਦੇ ਨਾਲ ਇਹ ਜਿਹੜਾ ਕੁਕਰਮ ਕੀਤਾ ਵਾ। ਤੇ ਮੈਨੂੰ ਲੱਗਦਾ ਇਹ ਜਿੱਥੇ ਅਸੀਂ ਗੱਲਾਂ ਕਰ ਰਹੇ ਸੀਗੇ ਯੂਨੀਫਾਰਮ ਸਿਵਲ ਕੋਡ ਦੀਆਂ, ਉਸ ਤੇ ਵੀ ਇੱਕ ਕੁਐਸਚਨ ਮਾਰਕ ਆ। ਗੱਲਾਂ ਬਹੁਤ ਹੋਈਆਂ, PM ਨੇ ਬੜਾ ਹਿੱਕ ਠੋਕ ਕੇ ਕਿਹਾ ਵੀ ਅਸੀਂ ਉਹਨੂੰ ਸਮਾਂ ਆ ਗਿਆ ਵਾ। ਮੈਂ ਇੱਥੇ ਦੱਸਣਾ ਚਾਹੁੰਦਾ, ਆਰਟੀਕਲ 44 ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਇਹ ਗੱਲ ਕਹਿੰਦਾ ਵਾ ਵੀ ਜਦੋਂ ਤੁਹਾਡਾ ਸਮਾਜ ਉਸ ਲੈਵਲ ਤੇ ਪਹੁੰਚ ਜੇ ਤਾਂ ਤੁਸੀਂ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰ ਸਕਦੇ ਹੋ। ਪਰ ਅੱਜ ਦੀ ਆ ਜਿਹੜੀ ਘਟਨਾ ਹੋਈ ਤਾਂ ਕਾਫੀ ਪਹਿਲਾਂ ਦੀ ਆ, ਮਈ ਦੇ ਵਿੱਚ ਹੋਈ ਵੀ ਆ, ਜਿਹੜੀ ਅੱਜ ਸਾਨੂੰ ਸਾਰਿਆਂ ਨੂੰ ਪਤਾ ਲੱਗਿਆ ਵਾ। ਉਹਨੇ ਇਹ ਸਾਰੇ ਸਾਡੇ ਸੱਭਿਅਕ ਹੋਣ ਤੇ ਸਾਡੀ ਵੱਡੇ ਡੈਮੋਕ੍ਰੈਟਿਕ ਕੰਟਰੀ ਹੋਣ ਤੇ, ਤੁਹਾਡੀ ਗੱਲ ਬਹੁਤ ਸਹੀ ਆ, ਇੱਕ ਸਵਾਲਿਆ ਨਿਸ਼ਾਨ ਲਗਾਤਾ ਵਾ। ਇਹੋ ਜਿਹੀਆਂ ਵੀਡੀਓਆਂ ਪਹਿਲਾਂ ਅਸੀਂ ਤਾਲਿਬਾਨ ਜਾਂ ਉਹਨਾਂ ਮੁਲਕਾਂ ਲਈ ਦੇਖਦੇ ਸੀਗੇ ਜਿੱਥੇ ਮਨੁੱਖੀ ਅਧਿਕਾਰਾਂ ਦੀ ਜਾਂ ਕਨਸਟੀਟਿਊਸ਼ਨ ਦੀ ਕੋਈ ਗੱਲ ਹੈ ਨਹੀਂ ਗੀ। ਤੇ ਅੱਜ ਜਿਹੜੀ ਇਹ ਘਟਨਾ ਹੋਈ ਆ, ਇਹ ਬਹੁਤ ਹੀ ਨਿੰਦਣੀ ਆ ਤੇ ਬਹੁਤ ਸ਼ਰਮਨਾਕ। ਇਦੋਂ ਵੀ ਵੱਧ ਕੇ ਉਸ ਦੇਸ਼ ਦੇ ਵਿੱਚ ਇਹ ਘਟਨਾ ਹੋਈ ਆ ਜਿਸ ਦੇਸ਼ ਦੀ ਪ੍ਰੈਜ਼ੀਡੈਂਟ ਇੱਕ ਔਰਤ ਹੋਵੇ, ਤੇ ਘਟਨਾ 2 ਮਹੀਨੇ ਪੁਰਾਣੀ ਹੋਵੇ। ਆਈ ਥਿੰਕ 4 ਮਈ ਦੀ ਘਟਨਾ ਵਾ, 4-5 ਮਈ ਦੀ। 18 ਮਈ ਨੂੰ ਰਿਪੋਰਟਡ ਵੀ ਹੋ ਗਈ ਸੀ ਲੋਕਲ, ਹੁਣ ਇਹ ਫਲੈਸ਼ ਹੋ ਰਹੀ ਆ। ਤੇ ਮੈਨੂੰ ਲੱਗਦਾ ਇੰਨਾ ਟਾਈਮ ਨਹੀਂ ਸੀ ਲੱਗਣਾ ਚਾਹੀਦਾ ਵੀ ਰਾਸ਼ਟਰਪਤੀ ਨੂੰ ਉੱਥੇ ਰਾਸ਼ਟਰਪਤੀ ਰਾਜ ਅਨਾਉਂਸ ਕਰ ਦੇਣਾ ਚਾਹੀਦਾ ਸੀ। ਇਹ ਡਬਲ ਇੰਜਨ ਦੀ ਸਰਕਾਰ ਜਿਹੜੀ ਆਪਦੇ ਆਪ ਨੂੰ ਕਹਾਉਂਦੀ ਆ, ਇਹਨੂੰ ਇੱਕ ਸ਼ੀਸ਼ਾ ਦਿਖਾ ਦੇਣਾ ਚਾਹੀਦਾ ਸੀਗਾ ਵੀ ਕਿਸ ਤਰ੍ਹਾਂ ਮਨੀਪੁਰ ਭੁੱਜ ਤਾਂ ਰਿਹਾ ਹੀ ਸੀ, ਗੋਲੀਆਂ ਦੀ ਆਹਟ ਦੇ ਵਿੱਚ ਭੁੰਨਿਆ ਤਾਂ ਜਾ ਹੀ ਰਿਹਾ ਸੀਗਾ, ਪਰ ਜਿਹੜੀ ਆ ਮਨੁੱਖਤਾ ਨੂੰ ਸ਼ਰਮਨਾਕ ਕਰਨ ਵਾਲੀ ਘਟਨਾ ਵਾ। ਇਹੋ ਜਿਹੀਆਂ ਘਟਨਾ ਸੁਰਿੰਦਰ ਜੀ ਪਤਾ ਨਹੀਂ ਕਿੰਨੀਆਂ ਕੁ ਹੋਣਗੀਆਂ। ਉੱਥੋਂ ਦਾ CM ਵੀ ਐਡਮਿਟ ਕਰ ਰਿਹਾ, ਜਾਂ ਉਸ ਪਾਸੇ ਨੂੰ ਕਿਤੇ ਨਾ ਕਿਤੇ ਉਹਦੀਆਂ ਗੱਲਾਂ ਚੋਂ ਮਤਲਬ ਕੱਢਿਆ ਜਾ ਸਕਦਾ ਵੀ ਅਨੇਕਾਂ FIR ਇਹੋ ਜਿਹੀਆਂ ਦਰਜ, ਲੇਡੀਜ਼ ਨਾਲ ਦੁਰਵਿਵਹਾਰ, ਇਹੋ ਜਿਹੀ ਮੋਲਸਟੇਸ਼ਨ ਹੋ ਰਹੀਆਂ। ਤੇ ਮੈਨੂੰ ਲੱਗਦਾ ਰਾਸ਼ਟਰਪਤੀ ਨੂੰ ਪ੍ਰੋਮਪਟ ਐਕਸ਼ਨ ਲੈਂਦੇ ਹੋਏ, ਤੇ ਮੈਂ ਜੇ ਨਹੀਂ ਗਲਤ ਤਾਂ our ਰਾਸ਼ਟਰਪਤੀ is also belong from that community or that segment of society, ਤੇ ਉਹਨਾਂ ਨੂੰ ਚਾਹੀਦਾ ਵੀ ਇਸ ਤੇ ਲੈਣ, ਨਹੀਂ ਤੇ ਇੱਕ ਮਾੜਾ ਮੈਸੇਜ ਜਾਂਦਾ ਤੇ ਯੂਨੀਫਾਰਮ ਸਿਵਲ ਕੋਡ ਦੀਆਂ ਗੱਲਾਂ ਨਾ ਕਰਨ। ਪਰ ਡਾਕਟਰ ਸਾਹਿਬ,
ਮਤਲਬ ਬੜਾ ਹੈਰਾਨਗੀ ਹੋ ਰਹੀ ਹੈ। ਇੱਕ ਪਾਸੇ ਤਾਂ ਸ਼ਾਇਦ 3 ਦਿਨ ਪਹਿਲਾਂ ਸਾਡੀਆਂ ਖਬਰਾਂ ਵਿਦੇਸ਼ਾਂ 'ਚ ਵੀ ਲੱਗੀਆਂ ਹੋਣਗੀਆਂ, ਹੈਡਲਾਈਨ ਲੱਗੀ ਹੋਣੀ ਹੈ, ਚੰਦਰਯਾਨ 3 ਪਹੁੰਚਾ ਦਿੱਤਾ, ਭਾਰਤ ਦੀ ਬਹੁਤ ਵੱਡੀ ਕਾਮਯਾਬੀ, ਅਸੀਂ ਵੀ ਬੜਾ ਢੋਲ ਵਜਾੜੇ ਕੀਤੇ ਕਿ ਦੇਖੋ ਜੀ ਅਸੀਂ ਤਾਂ ਬੜੇ ਡਿਵੈਲਪਡ ਕੰਟਰੀ 'ਚ ਹੀ ਆਉਣ ਲੱਗ ਗਏ ਹਾਂ। ਤੇ ਇੱਕ ਪਾਸੇ ਅੱਜ ਦੀਆਂ ਜਿਹੜੀਆਂ ਤਸਵੀਰਾਂ, ਕਿੱਥੇ ਖੜੇ ਹੋਵਾਂਗੇ ਅਸੀਂ? ਕੀ ਸਾਨੂੰ ਭਾਰਤ ਨੂੰ ਕਿਸ ਤਰੀਕੇ ਨਾਲ ਦੇਖਦੇ ਹੋਣਗੇ? ਕੀ ਸਾਨੂੰ ਉਹ ਤਾਲੀਬਾਨੀ ਨਹੀਂ ਸਮਝਦੇ ਹੋਣਗੇ ਇਸ ਟਾਈਮ? ਜੀ ਮੈਂ ਕਹਿੰਦਾ ਜੀ, ਆਹ ਜਿਹੜੀਆਂ ਇਨਸੀਡੈਂਟ ਦੇਖਣ ਤੋਂ ਬਾਅਦ ਤਾਂ ਕਿਸੇ ਕੋਲੇ ਕੋਈ ਸ਼ਬਦ ਦਾ ਜਵਾਬ ਹੀ ਨਹੀਂ ਰਹਿ ਗਏ। ਜਦੋਂ ਸਾਡੀਆਂ ਬੇਟੀਆਂ ਤੇ ਸਾਡੀਆਂ ਭੈਣਾਂ ਤੇ ਇਹੋ ਜਿਹੀ ਘਟਨਾਵਾਂ ਹੋਣਗੀਆਂ ਤਾਂ ਅਸੀਂ ਲੱਖ ਚੰਦਰਯਾਨ ਤੇ ਤੁਰੇ ਫਿਰੀਏ, ਅਸੀਂ ਲੱਖ ਆਪ ਦਾ ਡਾਂਕਾ ਸਾਰੀ ਦੁਨੀਆ 'ਚ ਵਜਾਉਂਦੇ ਫਿਰੀਏ। ਜਦੋਂ ਅਸੀਂ ਆਪ ਦੇ ਦੇਸ਼ ਨੂੰ ਇਨ ਆਰਡਰ ਨਹੀਂ ਰੱਖ ਸਕਦੇ, ਅਸੀਂ ਜਿਹੜੇ ਦੇਸ਼ ਜਿਹੜੀਆਂ ਗੱਲਾਂ ਕਰਕੇ ਜਾਣਿਆ ਜਾਂਦਾ ਵਾ, ਤੁਸੀਂ ਛੱਡੋ ਜ਼ਮੀਨਾਂ ਦੀ ਲੜਾਈ, ਛੱਡੋ ਤੁਸੀਂ, ਛੱਡੋ ਹੋਰ ਕਿਸੇ ਦੀ ਇਹ ਉਹ ਅੱਤਵਾਦ, ਇਹ ਉਹ ਫਲਾਣਾ ਧਮਕਾ, ਗੱਲ ਛੱਡੋ। ਜਦ ਬੇਸਿਕ ਜਿਹੜੀ ਹੈਗੀ ਇੱਕ ਇਹ ਬੇਸਿਕ ਰਾਈਟਸ ਜਿਹੜੀ ਇੱਕ ਉਹਨਾਂ ਉਸ ਜਨਸੰਖਿਆ ਦੇ ਕੁਚਲੇ ਜਾ ਰਹੇ ਆ ਜਿਨ੍ਹਾਂ ਦਾ ਅੱਧਾ ਅੰਬਰ ਆ, ਅੱਧੀ ਧਰਤੀ ਆ। ਤੇ ਮੈਨੂੰ ਲੱਗਦਾ ਸਾਨੂੰ ਇੰਟਰੋਸਪੈਕਟ ਕਰਨ ਦੀ ਲੋੜ ਆ ਤੇ ਨਾਲ ਦੀ ਨਾਲ ਸਖਤ ਐਕਸ਼ਨ ਦੀ ਲੈਣ ਦੀ ਲੋੜ ਆ ਵੀ ਕਿਸ ਤਰ੍ਹਾਂ ਮੋਬ ਨੇ, ਮੈਂ ਮੋਬ ਵਰਡ ਵਰਤ ਰਿਹਾ ਵਾਂ, ਸਾਨੂੰ ਪੁਰਾਣੇ ਵੀ ਮਿਨੋਰਟੀਜ਼ ਦੇ ਜ਼ਖਮ ਉਖੇੜ ਦਿੱਤੇ ਆ, ਚਾਹੇ ਉਹ ਸਿੱਖ ਹੋਣ ਚਾਹੇ ਉਹ ਮੁਸਲਿਮ ਹੋਣ, ਪਹਿਲਾਂ ਵੀ ਸਮੇਂ-ਸਮੇਂ ਤੇ ਟਾਰਗੇਟ। ਪਰ ਇਹ ਜਿਹੜੀ ਘਰਾਉਣੀ ਹਰਕਤ ਹੋਈ ਆ, ਮੈਨੂੰ ਲੱਗਦਾ ਇਹ ਤਾਂ ਵੱਧ ਤੋਂ ਵੀ ਬੱਦਰ ਸੀਗੀ, ਜਿਸ ਤਰ੍ਹਾਂ ਸਾਰੀਆਂ ਹੀ ਮਨੁੱਖੀ ਕਦਰਾਂ ਕੀਮਤਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਤੁਹਾਨੂੰ ਨਹੀਂ ਲੱਗਦਾ ਡਾਕਟਰ ਸਾਹਿਬ ਇੱਥੇ ਸਗੋਂ ਸਜ਼ਾ ਵੀ ਤਾਲੀਬਾਨੀ ਦੇਣੀ ਚਾਹੀਦੀ ਹੈ ਇਹਨਾਂ ਨੂੰ? ਜਿਸ ਤਰੀਕੇ ਨਾਲ ਉਹ ਭੀੜ ਉਹਨਾਂ ਨਾਲ ਸਲੂਕ ਕਰ ਰਹੀ ਹੈ, ਉਹਨਾਂ ਨੂੰ ਸਜ਼ਾਵਾਂ ਵੀ ਉਸੇ ਤਰੀਕੇ ਨਾਲ ਹੋਣੀਆਂ ਚਾਹੀਦੀਆਂ, ਫਾਸਟ ਟਰੈਕ ਤੇ ਹੋਣੀਆਂ ਚਾਹੀਦੀਆਂ, ਜਲਦ ਤੋਂ ਜਲਦ ਇਹ ਸਭ ਚੀਜ਼ਾਂ ਹੋਣੀਆਂ ਚਾਹੀਦੀਆਂ। ਇਸ ਦੇ ਵਿੱਚ ਤਾਂ ਕੋਈ ਵਕਾਲਤ ਵੀ ਨਹੀਂ ਹੈ, ਤਸਵੀਰਾਂ ਸਾਫ਼ ਹੈ, ਲੋਕ ਸਾਫ਼ ਖੜੇ ਨੇ। ਠੀਕ ਆ, ਅਸੀਂ ਹੁਣ ਸੰਵਿਧਾਨ ਦੇ ਵਿਦਿਆਰਥੀ ਆ, ਅਸੀਂ ਕਾਨੂੰਨ ਦੇ ਵਿਦਿਆਰਥੀ ਆ, ਇਹ ਗੱਲਾਂ ਇਨ ਸਮ ਐਕਸਟੈਂਟ ਅਸੀਂ ਕਹਿਣੋਂ ਚੱਕਦੇ ਆ, ਪਰ ਨੋ ਡਾਊਟ ਜਿਹੋ ਜਿਹਾ ਕ੍ਰਾਈਮ ਹੋਵੇ ਸਜ਼ਾ ਵੀ ਉਹੋ ਜਿਹੀ ਹੋਣੀ ਚਾਹੀਦੀ ਹੈ। ਜੇ ਕ੍ਰਾਈਮ ਪ੍ਰੋਵੋਕ ਹੈ ਜਾਂ ਇਸ ਤਰ੍ਹਾਂ ਦਾ ਸ਼ਰਮਸਾਰ ਕਰਨ ਵਾਲਾ ਵਾ ਤਾਂ ਸਜ਼ਾ ਵੀ ਐਗਜ਼ੈਂਪਲਰੀ ਹੋਣੀ ਚਾਹੀਦੀ ਆ। ਉਹ ਕਾਨੂੰਨੀ ਦਾਅਪੇਚ ਦੇ ਵਿੱਚ ਫਸ ਕੇ ਨਹੀਂ ਰਹਿ ਜਾਣੀ ਚਾਹੀਦੀ ਤੇ ਵੀ ਆਉਣ ਵਾਲੀਆਂ ਸਦੀਆਂ ਯਾਦ ਰੱਖਣ ਬਈ 21ਵੀਂ ਸਦੀ ਵਿੱਚ ਜੇ ਭਾਰਤ 'ਚ ਇਹ ਕੁਛ ਹੋਇਆ ਸੀ ਤਾਂ ਇਹੋ ਜਿਹੀ ਸਜ਼ਾ ਦਿੱਤੀ ਗਈ ਸੀਗੀ। ਹੁੰਦੇ ਹੋਣਗੇ ਇੰਸੀਡੈਂਟ, ਹੁੰਦੇ ਹੋਣਗੇ ਐਕਸੀਡੈਂਟ, ਹੁੰਦੇ ਹੋਣਗੇ, ਪਰ ਜਿਸ ਤਰ੍ਹਾਂ ਮੋਬ, ਇੱਕ ਭੀੜ, ਇੱਕ ਸਮੁਦਾਇ ਵੱਲੋਂ ਦੂਜੇ ਸਮੁਦਾਇ ਦੀਆਂ ਲੇਡੀਜ਼ ਨਾਲ ਇਵੇਂ ਕੀਤਾ ਜਾਣਾ, ਇਹ ਅਤੀ ਸ਼ਰਮਨਾਕ ਹੈਗਾ ਵਾ, ਉਹ ਵੀ ਹਿੰਦੁਸਤਾਨ ਵਰਗੀ ਕੰਟਰੀ ਦੇ ਵਿੱਚ। ਤੇ ਇਹਦੀ ਨੋ ਡਾਊਟ ਸਜ਼ਾ ਜਿਹੜੀ ਆ ਭਿਆਨਕ, ਐਗਜ਼ੈਂਪਲਰੀ ਹੋਣੀ ਚਾਹੀਦੀ ਆ ਵੀ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ। ਡਾਕਟਰ ਸਾਹਿਬ ਲੱਗਦਾ 2024 ਦੇ ਚੋਣਾਂ ਦੇ ਵਿੱਚ ਇਸ ਦਾ ਅਸਰ ਹੋਏਗਾ? ਹਾਲਾਂਕਿ ਦੇਖੋ, ਨਾ ਤੁਸੀਂ ਕਦੀ ਮਨੀਪੁਰ ਗਏ ਹੋਗੇ, ਨਾ ਮੈਂ ਕਦੀ ਸ਼ਾਇਦ ਗਿਆ, ਤੇ ਨਾ ਸ਼ਾਇਦ ਕਦੀ ਆਪਾਂ ਜਾਈਏ ਵੀ, ਕੋਈ ਇਹੋ ਜਿਹਾ ਸਬਬ ਨਹੀਂ ਬਣਦਾ। ਪਰ ਜਦੋਂ ਇਹ ਤਸਵੀਰਾਂ ਦੇਖਦੇ ਆ ਤੇ ਜਦੋਂ ਖਾਸ ਕਰ ਇਹ ਪਤਾ ਲੱਗਦਾ ਨਾ ਕਿ ਆਖਰਕਾਰ ਮਨੀਪੁਰ ਹਿੱਸਾ ਤਾਂ ਸਾਡਾ ਹੀ ਹੈ ਨਾ, ਮਨੀਪੁਰ ਹੈਗਾ ਤਾਂ ਭਾਰਤ ਦਾ ਹਿੱਸਾ ਨਾ, ਤੇ ਜਦੋਂ ਇਹੋ ਜਿਹਾ ਵਤੀਰਾ ਹੋਵੇ ਤਾਂ ਤੁਹਾਨੂੰ ਨਹੀਂ ਲੱਗਦਾ ਕਿ 2024 'ਚ ਮੁੱਦਾ ਬਣ ਸਕਦਾ? ਬਿਲਕੁਲ ਸੁਰਿੰਦਰ ਜੀ, ਇਹਦੇ 'ਚ ਕੋਈ ਦੋ ਰਾਏ ਨਹੀਂ, ਮੁੱਦਾ ਤਾਂ ਬਣ ਚੁੱਕਿਆ ਵਾ। ਅੱਜ ਵੀ ਸੰਸਦ ਦੇ ਵਿੱਚ ਇਹਦੀ ਜਿਹੜੀ ਇੱਕ ਪੀੜ ਸੁਣਾਈ ਦਿੱਤੀ ਆ। ਮੈਂ ਦੇਖ ਰਿਹਾ ਸੀਗਾ ਜਿਹੜੇ ਸੰਸਦ ਦੇ ਵਿੱਚ ਮੈਂਬਰ ਹੈਗੇ ਆ, ਇਹ ਰਿਸਪੈਕਟ ਆਫ ਪਾਰਟੀਜ਼, ਡਿਸਪਾਈਟ ਦਾ ਪਾਰਟੀਜ਼ ਫਰੋਮ ਵੇਅਰ ਸ਼ੀ ਇਜ਼ ਕਮਿੰਗ, ਔਰ ਕਿੱਥੋਂ ਆ ਰਹੀਆਂ ਕਿੱਥੋਂ ਨਹੀਂ ਆ ਰਹੀਆਂ, ਸਾਰੀਆਂ ਲੇਡੀਜ਼ ਮੈਂਬਰਸ ਨੇ ਪ੍ਰੋਟੈਸਟ ਆਪਦਾ ਜ਼ਾਹਰ ਕੀਤਾ। ਤੇ ਆਉਣ ਵਾਲੇ ਸਮੇਂ 'ਚ ਲੱਗਦਾ, ਮੈਨੂੰ ਲੱਗਦਾ ਇਹ ਮਨੀਪੁਰ ਦੀ ਜਿਹੜੀ ਇਹ ਘਟਨਾ ਹੈਗੀ ਆ, ਇਹਦੀ ਗੂੰਜ ਹਿੰਦੁਸਤਾਨ ਦੇ ਗਲੀ ਗਲੀ ਤੇ ਮੁਹੱਲੇ ਵਿੱਚ ਗੂੰਜੂਗੀ। ਮਸਲਾ ਇਹ ਨਹੀਂ ਬਈ 24 'ਚ ਕੀ ਹੋਊਗਾ ਕੀ ਨਹੀਂ ਹੋਊਗਾ, ਵੱਡਾ ਮਸਲਾ ਇਹ ਆ ਇੰਨੀ ਸ਼ਰਮਨਾਕ ਘਟਨਾ ਹੋ ਜਾਣਾ ਤੇ ਡਬਲ ਇੰਜਨ ਦੀ ਸਰਕਾਰ ਨੂੰ ਕਿਤੇ ਨਾ ਕਿਤੇ ਇਹ ਪਤਾ ਵੀ ਹੋਣਾ ਤੇ 2 ਮਹੀਨੇ ਬਾਅਦ ਉਹਨੂੰ ਚੁੱਪ ਰੱਖਣਾ, ਕੋਈ ਸਜ਼ਾਵਾਂ ਨਾ ਦਿੱਤੀਆਂ ਜਾਣੀਆਂ, ਕੋਈ ਅਰੈਸਟ ਨਾ ਕੀਤੀ ਜਾਣੀ। ਮੈਂ ਜੇ ਕੁਝ ਬੋਲਾਂ ਤਾਂ ਮੈਨੂੰ ਲੱਗਦਾ ਹਜੇ ਮੈਂ ਉਸ ਲੈਵਲ ਤੇ ਇਹਦੀ ਸਟੱਡੀ ਨਹੀਂ ਕੀਤੀ ਤੇ ਇਹ ਇੱਕ ਸਮੁਦਾਇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਮਤਲਬ ਵੋਟਾਂ ਦੀ ਰਾਜਨੀਤੀ ਹੋਈ ਹੋਣੀ ਹੈ? ਤੁਹਾਨੂੰ ਵੀ ਲੱਗਦਾ ਵੋਟਾਂ ਦੀ ਰਾਜਨੀਤੀ ਇੱਥੇ ਵੀ ਹੋਈ ਹੋਣੀ ਹੈ? ਸੁਰਿੰਦਰ ਜੀ, ਜੇ ਤੁਸੀਂ ਮੈਨੂੰ ਕਰੈਕਟ ਕਰ ਸਕਦੇ ਆ ਤਾਂ ਕਾਈਂਡਲੀ ਯੂ ਟੈਲ ਮੀ ਆਵਰ ਰਾਸ਼ਟਰਪਤੀਜ਼ ਬਿਲੋਂਗ ਫਰੋਮ ਵਿਚ ਕਮਿਊਨਿਟੀ ਔਰ ਵਿਚ ਸਮੁਦਾਇ। ਦੇ ਮੈਂ ਮਾਫੀ ਚਾਹਨਾ, ਪਰ ਹੈਗੇ ਉਹ ਇਸੇ ਕਮਿਊਨਿਟੀ ਨਾਲ ਰਿਲੇਟਡ ਨੇ ਤੇ ਉਦੋਂ ਅਸੀਂ ਬੜੇ ਮਾਣ ਨਾਲ ਕਹਿ ਸੀ ਕਿ ਹਾਂ ਬਿਲਕੁਲ ਜਿਹੜੀ ਕਮਿਊਨਿਟੀ ਦੇ ਬੰਦੇ ਹੈਗੇ ਆ, ਜੇ ਆਪਾਂ ਪੰਜਾਬੀ 'ਚ ਗੱਲ ਕਰੀਏ, ਮਰਦ ਹੈਗੇ ਜਿਹੜੀ ਕਮਿਊਨਿਟੀ, ਜੀ ਜੀ, ਤੇ ਫਿਰ ਤੁਸੀਂ ਰਾਜਨੀਤੀ ਤਾਂ ਸ਼ੁਰੂ ਹੋ ਹੀ ਗਈ ਆ, ਰਾਜਨੀਤੀ ਤਾਂ ਦੇਸੀ ਰਹੀ ਆ।
ਤੇ ਨੋਟਡ ਮਾਈ ਵਰਡ ਬਈ ਇਹਨੂੰ ਰਾਸ਼ਟਰਪਤੀ ਸਾਹਿਬਾਂ ਨੂੰ ਲੈਣਾ ਚਾਹੀਦਾ, ਸਟੈਂਡ ਲੈਣਾ ਚਾਹੀਦਾ ਕਿ ਐਗਜ਼ਾਮਪਲ ਸੈੱਟ ਹੋਣੀ ਚਾਹੀਦੀ। ਇੱਥੇ ਜਾਤਾਂ ਪਾਤਾਂ ਧਰਮਾਂ ਦੀ ਗੱਲ ਨਹੀਂ, ਇੱਥੇ ਮਾਨਵਤਾ ਮਨੁੱਖਤਾ ਦੀ ਗੱਲ ਆ, ਲੇਡੀਜ਼ ਦੀ ਗੱਲ ਆ। ਬਾਬੇ ਨਾਨਕ ਨੇ ਉਸ ਲੇਡੀ ਨੂੰ ਕਿੰਨਾ ਪਵਿੱਤਰ ਸਥਾਨ ਦਿੱਤਾ ਵਾ। ਅਸੀਂ ਪੰਜਾਬ ਦੀ ਧਰਤੀ ਦੇ ਵਿੱਚ ਤਾਂ ਅਸੀਂ ਉਹਨਾਂ ਗਜਨੀਆਂ ਦੇ ਨਾਲ ਲੜ ਕੇ ਇਹ ਕੁਝ ਪ੍ਰਾਪਤ ਕੀਤਾ, ਹਉਮੈ ਕੀਤਾ ਵਾ। ਉਹਨਾਂ ਨਾਲ ਲੜ ਕੇ ਉਦੋਂ ਤਾਂ ਬਰਬਰਿਕਾ ਇਹੋ ਜੀ ਉਦੋਂ ਨਹੀਂ ਰਹੀ ਹੋਣੀ ਜਿਹੋ ਜੀ ਅੱਜ ਸਾਨੂੰ ਦੇਖਣ ਨੂੰ ਮਿਲੀ ਆ। ਕਿਸ ਤਰ੍ਹਾਂ ਲਾਚਾਰ ਬੇਵਸ ਲੇਡੀਜ਼ ਨੂੰ ਹਜੂਮ ਮੈਂ ਕਹੂੰਗਾ, ਇੱਕ ਮਰਦਾਂ ਦਾ ਹਜੂਮ ਕਿਸ ਤਰ੍ਹਾਂ ਨਾਲ ਉਤਪੀੜਿਤ ਕਰ ਰਿਹਾ ਵਾ, ਕਿਸ ਤਰ੍ਹਾਂ ਨਾਲ ਤੰਗ ਕਰ ਰਿਹਾ ਵਾ, ਮੋਲਸਟੇਟ ਕਰ ਰਿਹਾ ਵਾ। ਇਹ ਸ਼ਰਮਨਾਕ ਵੀਡੀਓ ਤਾਂ ਦੇਖਣ ਲੱਗੇ ਹਰੇਕ ਹਿੰਦੁਸਤਾਨੀ ਦੇ, ਹਰੇਕ ਭਾਰਤੀ ਦੇ ਲੂੰ ਕੰਡੇ ਖੜੇ ਹੋ ਗਏ। ਜਿਹਦੇ ਨਹੀਂ ਹੋਏ ਤਾਂ ਉਹ ਇਨਸਾਨ ਹੀ ਹੈ ਨਹੀਂਗਾ, ਉਹਨੂੰ ਇਨਸਾਨ ਕਹਾਉਣ ਦਾ ਹੱਕ ਹੀ ਕੋਈ ਨਹੀਂਗਾ। ਇਹ ਸਮੇਂ ਦੀ ਮੰਗ ਹੈ ਆ, ਫੋਰਗੇਟ 2024, ਸਮੇਂ ਦੀ ਅੱਜ ਦੀ ਮੰਗ ਹੈ ਇਹ ਬਈ ਰਾਸ਼ਟਰਪਤੀ ਰਾਜ ਉੱਥੇ ਲਾਗੂ ਹੋਣਾ ਚਾਹੀਦਾ ਵਾ। ਰਾਸ਼ਟਰਪਤੀ ਸਾਹਿਬਾਂ ਨੂੰ ਬਿਨਾਂ ਪਰਵਾਹ ਕੀਤੇ ਗਵਰਨਮੈਂਟ ਦੀ ਉਹਨਾਂ ਤੋਂ ਸਪੈਸ਼ਲ ਮੰਗਣਾ ਚਾਹੀਦਾ ਵਾ। ਮੈਨੂੰ ਤੁਸੀਂ ਇਸ ਤੇ ਐਡਵਾਈਸ ਦਿਓ। ਆਈ ਵਾਂਟ ਅ ਇੰਪੋਜ਼ਡ ਪ੍ਰੈਜ਼ੀਡੈਂਟ ਰੂਲ ਓਵਰ देयर। ਰਾਸ਼ਟਰਪਤੀ ਨੂੰ ਸਟਰੋਂਗ ਸ਼ਬਦਾਂ ਦੇ ਵਿੱਚ ਇਹ ਗੱਲ ਕਹਿਣੀ ਚਾਹੀਦੀ ਹੈ। ਬਿਲਕੁਲ ਸਹੀ ਗੱਲ ਹੈ। ਚਲੋ ਖੈਰ ਆਉਣ ਵਾਲਾ ਸਮਾਂ ਦੱਸੂਗਾ ਵੀ ਇੱਥੇ ਕਿੰਨਾ ਕੁਝ ਡਬਲ ਇੰਜਨ ਸਰਕਾਰ ਸੀਰੀਅਸਲੀ ਇਸ ਕੇਸ ਨੂੰ ਲੈਂਦੀ ਹੈ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਹ ਜ਼ਰੂਰ ਕਿਹਾ ਕਿ ਅਸੀਂ ਸਖਤ ਤੋਂ ਸਖਤ ਉੱਥੇ ਐਕਸ਼ਨ ਲਾਂਗੇ ਤੇ ਸਖਤ ਤੋਂ ਸਖਤ ਕਾਰਵਾਈ ਹੋਏਗੀ, ਬਖਸ਼ਿਆ ਨਹੀਂ ਜਾਏਗਾ। ਖੈਰ ਹੁਣ ਆਉਣ ਵਾਲਾ ਸਮਾਂ ਦੱਸੂਗਾ। ਦੂਜੇ ਪਾਸੇ ਉਧਰ ਪੈਰੋਲ ਮਿਲ ਗਈ ਹੈ, ਫਿਰ ਦੁਬਾਰਾ 30 ਦਿਨ ਦੀ ਪੈਰੋਲ ਤੇ ਗਏ ਚਲੇ ਨੇ ਸਾਡੇ ਰਾਮ ਰਹੀਮ ਜੀ। ਕਿਵੇਂ ਦੇਖਦੇ ਹੋ? ਕਿਉਂਕਿ ਇੱਥੇ ਤਾਂ ਜਿਵੇਂ ਅਕਸਰ ਵਿਰੋਧ ਹੋਣਾ ਲਾਜ਼ਮੀ ਸੀ ਤੇ ਵਿਰੋਧ ਹੋਇਆ ਵੀ ਜੀ। ਸੁਰਿੰਦਰ ਜੀ, ਮੈਂ ਸਮਝਦਾ ਇਹ ਵੀ ਸਿੱਖਾਂ ਦੇ ਜ਼ਖਮਾਂ ਨੂੰ ਖਰੇਦਣ ਤੋਂ ਬਾਅਦ ਨੂਨ ਛਿੜਕਣ ਵਾਲੀ ਗੱਲ ਹੈਗੀ ਆ। ਪੈਰੋਲ ਦੇਣਾ ਨਾ ਦੇਣਾ ਜੁਡੀਸ਼ਰੀ ਦਾ ਕੰਮ ਹੈਗਾ, ਪੈਰਾਮੀਟਰ ਦੇ ਵਿੱਚ ਸੈੱਟ ਬੈਠਦਾ ਦੇਣ। ਪਰ ਸਵਾਲ ਇੱਥੇ ਖੜਾ ਹੁੰਦਾ ਵੀ ਵਾਈ ਓਨਲੀ ਫॉर दैट ਰਾਮ ਰਹੀਮ। ਜਿਹੜੇ ਬੰਦੇ ਇੰਨੇ ਟਾਈਮ ਤੋਂ ਬੰਦ ਨੇ, ਜਿਹੜੇ ਪੈਰੋਲ ਡਿਜ਼ਰਵ ਕਰਦੇ ਆ, ਉਹਨਾਂ ਨੂੰ ਕਿਉਂ ਨਹੀਂ? ਇੱਥੇ ਵੀ ਇਹ ਜਿਹੜੀ 7 ਵਾਰੀ ਛੱਡਿਆ ਜਾਣਾ ਤੇ 1 ਸਾਲ ਦੇ ਵਿੱਚ 2 ਵਾਰੀ ਪੈਰੋਲ ਤੇ ਛੱਡਿਆ ਜਾਣਾ, ਜਨਮ ਦਿਨ ਮਨਾਉਣ ਲਈ ਛੱਡਿਆ ਜਾਣਾ ਜਾਂ ਹੋਰ ਛੋਟੇ ਮੋਟੇ ਫੰਕਸ਼ਨਾਂ ਲਈ ਛੱਡਿਆ ਜਾਣਾ, ਤਾਂ ਅਸੀਂ ਤਾਂ ਇਸ ਪੇਸ਼ੇ ਨੂੰ ਵੀ ਬਿਲੋਂਗ ਕਰਦੇ ਹਾਂ। ਉਹ ਵਿਚਾਰੇ ਜਿਹੜੇ ਤੜਫ ਰਹੇ ਆ, ਅੰਦਰ ਬੈਠੇ ਆ, ਇੰਨੇ ਸੰਗੀਨ ਉਹਨਾਂ ਤੇ ਆਰੋਪ ਵੀ ਹੈ ਨਹੀਂਗੇ। ਜੇ ਮੈਂ ਪਾਰਟੀਕੂਲਰਲੀ ਬੰਦੀ ਸਿੱਖਾਂ ਦੀ ਗੱਲ ਕਰਾਂ, ਉਹਨਾਂ ਦੀ ਰਿਹਾਈ ਨਾ ਹੋਣਾ, ਜਾਂ ਮੈਂ ਦੂਸਰੇ ਕੈਦੀਆਂ ਦੀ ਗੱਲ ਕਰਾਂ ਤੇ ਉਹਨਾਂ ਨੂੰ ਪੈਰੋਲਾਂ ਨਾ ਦੇਣਾ ਇੰਨੀ ਆਸਾਨੀ ਦੇ ਨਾਲ, ਤੇ ਰਾਮ ਰਹੀਮ ਜਿਹੜੇ ਤੇ ਬਲਾਤਕਾਰ ਤੇ ਮਰਡਰ ਵਰਗੇ ਕੇਸਾਂ ਦੇ ਵਿੱਚ ਅੰਦਰ ਹੋਵੇ, ਤੇ ਮੈਨੂੰ ਲੱਗਦਾ ਇਹਦੇ ਨਾਲ ਇੱਕ ਕਮਿਊਨਿਟੀ ਹੀ ਨਹੀਂ, ਮਨੁੱਖੀ ਜਿਹੜੀ ਪੂਰੀ ਮਨੁੱਖੀ ਹਿਰਦੇ ਹੈਗੇ ਆ ਬੁਲੰਦੜੇ ਜਾਂਦੇ ਆ ਵੀ ਜਿਹੜਾ ਨੋ ਡਾਊਟ, ਜਿਵੇਂ ਲੀਗਲ ਲੈਂਗੁਏਜ ਬੋਲਾਂ, ਇਕੁਅਲ ਰਾਈਟ ਚਾਹੀਦੇ ਆ ਸਾਰਿਆਂ ਨੂੰ, ਇਕੁਅਲ ਰਾਈਟਸ ਹੈਗੇ ਆ। ਤੇ ਜੁਡੀਸ਼ਰੀ ਨੂੰ ਵੀ ਇਹ ਦੇਖਣਾ ਚਾਹੀਦਾ, ਗਵਰਨਮੈਂਟਸ ਨੂੰ ਵੀ ਦੇਖਣਾ ਚਾਹੀਦਾ ਵੀ ਅਸੀਂ ਕਾਨੂੰਨ ਸਾਰਿਆਂ ਲਈ ਇੱਕ ਹੋਵੇ, ਸੰਵਿਧਾਨ ਸਾਰਿਆਂ ਲਈ ਇੱਕ ਹੋਵੇ। ਜੇ ਅਸੀਂ ਬਾਇਸਡ ਨਜ਼ਰੀਆ ਰੱਖਾਂਗੇ ਤਾਂ ਮੈਨੂੰ ਲੱਗਦਾ ਇਹਦੇ ਨਾਲ ਸਮਾਜ ਦੇ ਵਿੱਚ ਸ਼ਾਂਤੀ ਨਹੀਂ ਅਸ਼ਾਂਤੀ ਫੈਲਦੀ ਆ, ਕਿਤੇ ਨਾ ਕਿਤੇ ਅਗਰੋਸ਼ ਮਨਾਂ ਦੇ ਵਿੱਚ ਪੈਦਾ ਹੁੰਦਾ ਵੀ ਸਾਰਿਆਂ ਦੇ ਲਈ ਇੱਕੋ ਜਿਹਾ ਕਾਨੂੰਨ ਕਿਉਂ ਨਹੀਂ ਗਾ। ਬਿਲਕੁਲ, ਆਓ ਤੁਹਾਨੂੰ ਸੁਣਾ ਦਿੰਦੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਇਸ ਬਾਬਤ ਕੀ ਕਿਹਾ ਤੇ ਕਿਵੇਂ ਉਹਨਾਂ ਨੇ ਨਾਰਾਜ਼ਗੀ ਵੀ ਪੇਸ਼ ਕੀਤੀ ਹੈ। ਆਓ ਸੁਣ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਤਾ ਲੱਗਾ ਹੈ ਕਿ ਸਰਕਾਰ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ, ਜੋ ਕਿ ਕਤਲ ਦੇ ਕੇਸ ਵਿੱਚ, ਬਲਾਤਕਾਰ ਦੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ, ਉਹਨੂੰ ਫਿਰ ਤੋਂ ਪੈਰੋਲ ਦਿੱਤੀ ਗਈ ਹੈ, ਜਿਸ ਤੇ ਸਮੁੱਚੇ ਖਾਲਸਾ ਪੰਥ ਨੂੰ ਸਖਤ ਇਤਰਾਜ਼ ਹੈ। ਕਿਉਂਕਿ ਇੱਕ ਪਾਸੇ ਇਹ ਕਾਤਲ, ਇਹ ਵਿਭਚਾਰੀ ਜੇਲ੍ਹ ਵਿੱਚ ਬੰਦ ਹੈ, ਇਹਨੂੰ ਵਾਰ-ਵਾਰ ਰਿਹਾਈ ਦਿੱਤੀ ਜਾ ਰਹੀ ਹੈ, ਪੈਰੋਲ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਸਿੱਖ ਜੁਝਾਰੂ ਬੰਦੀ ਸਿੰਘ ਨੇ, ਜਿਨ੍ਹਾਂ ਨੂੰ 32 ਸਾਲ ਜੇਲ੍ਹਾਂ ਵਿੱਚ ਬੰਦ ਬੈਠਿਆਂ ਨੂੰ ਹੋ ਗਏ ਨੇ, ਉਹਨਾਂ ਨੂੰ ਕਿਸੇ ਕਿਸਮ ਦੀ ਰਿਹਾਈ ਸਰਕਾਰਾਂ ਦੇ ਵੱਲੋਂ ਨਹੀਂ ਦਿੱਤੀ ਜਾ ਰਹੀ। ਇਹ ਸਾਨੂੰ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਔਰ ਸਾਨੂੰ ਸਾਰਿਆਂ ਨੂੰ ਇਹਨੂੰ ਬਾਰ-ਬਾਰ ਪੈਰੋਲ ਦੇ ਕੇ ਸਾਨੂੰ ਸਾਰਿਆਂ ਨੂੰ ਇਹ ਨੀਵਾਂ ਦਿਖਾਉਣ ਦੀ ਸਰਕਾਰਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਇਹ ਸਰਾਸਰ ਮਨੁੱਖੀ ਅਧਿਕਾਰਾਂ ਦੀ ਉਲੰਘਣ ਹੈ। ਜੇਲ੍ਹਾਂ ਵਿੱਚ ਬੈਠੇ ਹੋਏ ਬੰਦੀ ਸਿੰਘਾਂ ਦੀ ਵੀ ਸਰਕਾਰ ਨੂੰ ਤੁਰੰਤ ਰਿਹਾਈ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਿਲਕੁਲ ਤੁਸੀਂ ਦੇਖਿਆ, ਕਹਿੰਦੇ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹੋਏ। ਕਿਵੇਂ ਦੇਖਦੇ ਹੋ ਡਾਕਟਰ ਸਾਹਿਬ? ਹਾਲੇ ਭਾਜਪਾ ਕਹਿੰਦੀ ਹੈ ਅਸੀਂ 117 ਸੀਟਾਂ ਤੇ ਲੜਨਾ ਹੈ, ਹਾਲੇ ਭਾਜਪਾ ਕਹਿੰਦੀ ਹੈ ਅਸੀਂ 13 ਸੀਟਾਂ ਤੇ ਲੜਨਾ ਹੈ। ਜਾਖੜ ਜੀ ਨੂੰ ਪੁੱਛ ਲਈਏ, ਉਹ ਤਾਂ ਕਹਿੰਦੇ ਕਿ ਲੈ ਸਾਡਾ ਤਾਂ ਟੀਚਾ ਹੀ ਇਹ ਹੈ ਵੀ ਅਸੀਂ ਕਿਵੇਂ ਇੱਥੇ ਆਪਦੀ ਸਰਕਾਰ ਬਣਾਉਣੀ ਹੈ। ਕਿ ਇਹੋ ਜਿਹੀਆਂ ਚੀਜ਼ਾਂ ਕਿਵੇਂ ਤੁਸੀਂ ਪੰਜਾਬੀਆਂ ਦੇ ਦਿਲ ਤੇ ਰਾਜ ਕਰ ਲੋਗੇ? ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਸੈਕਿੰਡ ਕਲਾਸ ਦੇ ਸਿਟੀਜ਼ਨ ਸਮਝਿਆ ਜਾ ਰਿਹਾ, ਮੈਂ ਤਾਂ ਇਹੀ ਮਹਿਸੂਸ ਕਰਦਾ। ਤੇ ਬਾਕੀ ਇਦੋਂ ਵੀ ਸੁਰਿੰਦਰ ਜੀ, ਇਦੋਂ ਵੀ ਵੱਡੀ ਗੱਲ ਹੈਗੀ ਆ, ਇੱਕ ਸਿੱਖ ਧਰਮ ਨੂੰ, ਪੂਰੇ ਸਿੱਖ ਧਰਮ ਨੂੰ ਜੇ ਮੈਂ ਵੋਟਾਂ ਦੀ ਤੱਕੜੀ ਦੇ ਵਿੱਚ ਤੋਲਾਂ, ਉਧਰ ਰਾਮ ਰਹੀਮ ਜੀ ਨੇ ਆਪਦਾ ਇੱਕ ਪੰਥ ਚਲਾਇਆ ਵਿਆ ਵਾ, ਉਹ ਵੋਟਾਂ ਦੀ ਖਾਤਰ ਸਿਰਫ ਦਾ ਸਿਰਫ ਇਹ ਸਾਰਾ ਕੁਝ ਹੋ ਰਿਹਾ। ਤੇ ਮਨੁੱਖੀ ਅਧਿਕਾਰਾਂ ਦੀ ਲੰਘਣਾ ਹੈਗੀ, ਜਿਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਥੋੜੀ ਆ। ਪਰ ਹੈਰਾਨੀ ਦੀ ਗੱਲ ਇਹ ਆ ਵੀ ਸਾਡੀ ਜੁਡੀਸ਼ਰੀ ਵੀ ਇਸ ਮਸਲੇ ਦੇ ਵਿੱਚ ਕਿਉਂ ਇੱਕ ਹਿਸਾਬ ਨਾਲ ਇੱਕ ਪੱਖੀ ਨਜ਼ਰੀਆ ਰੱਖਦੀ ਆ। ਮਰਡਰ ਹੋਵੇ, ਜਿੱਥੇ ਬਲਾਤਕਾਰ ਹੋਵੇ, ਉਹਨਾਂ ਆਰੋਪਾਂ ਦੇ ਵਿੱਚ ਹੋਵੇ, ਤੇ ਜਿਵੇਂ ਗਿਆਨੀ ਜੀ ਨੇ ਦੱਸਿਆ 30 32 ਸਾਲਾਂ ਤੋਂ ਬੰਦੀ ਸਿੱਖ ਅੰਦਰ ਬੈਠੇ ਨੇ, ਤਾਂ ਸੁਭਾਵਕ ਨੇ ਜੇ ਇੱਕ ਗੁਲਾਮੀ ਦਾ ਅਹਿਸਾਸ ਹੋਣਾ ਇੱਕ ਕਮਿਊਨਿਟੀ ਨੂੰ, ਵੀ ਉਸੇ ਦੇਸ਼ ਦੇ ਵਿੱਚ, ਉਸੇ ਦੇਸ਼ ਦੇ ਵਸਿੰਦੇ ਆ ਅਸੀਂ, ਉਸੇ ਹੀ ਦੇਸ਼ ਦੇ ਅਸੀਂ ਸੰਵਿਧਾਨ ਨੂੰ ਮੰਨਦੇ ਹਾਂ, ਸਾਰਾ ਕੁਝ ਹੈਗਾ ਵਾ। ਤੇ ਇੱਕ ਅਰਾਜਕਤਾ ਦਾ ਮਾਹੌਲ ਜਿਹਾ ਸਰਕਾਰਾਂ ਵੋਟ ਬੈਂਕ ਲਈ ਬਣਾਉਂਦੀਆਂ, ਜਿਹੜਾ ਕਿ ਨਹੀਂ ਚਾਹੀਦਾ। ਤੇ ਜਿਹੜੇ ਬੰਦੀ ਸਿੱਖ ਵੀ ਹਿਊਮਨ ਬੀਇੰਗਸ ਹੈ, ਤੇ ਵਾਇਓਲੇਸ਼ਨ ਆਫ ਹਿਊਮਨ ਰਾਈਟਸ ਦੀ ਗੱਲ ਹੋ ਰਹੀ ਹੈ, ਤਾਂ ਉਹਨਾਂ ਨੂੰ ਵੀ ਫੌਰੀ ਤੌਰ ਤੇ ਰਿਹਾ ਕਰ ਦੇਣਾ ਚਾਹੀਦਾ। ਮੋਰ ਔਰ ਲੈਸ ਉਹ ਆਪਦੀਆਂ ਸੈਂਟੈਂਸਿਸ ਪੂਰੀਆਂ ਕਰ ਚੁੱਕੇ ਆ। ਰਾਮ ਰਹੀਮ ਨੇ ਤਾਂ ਹਜੇ ਅੰਦਰ ਵੀ ਆਪਾਂ ਸਮਝ ਹੀ ਸਕਦੇ ਹਾਂ ਵੀ ਕੈਸ ਐਸ਼ੋ ਆਰਾਮ ਨਾਲ ਰਹਿੰਦਾ ਹੋਊਗਾ, ਜਿਹਦੇ ਸਾਲ 'ਚ 2 ਵਾਰੀ ਪਰੋਲ ਮਿਲ ਜਾਂਦੀ ਹੈ, ਜਾਂ ਹੁਣ 7ਵੀਂ ਪਰੋਲ ਉਹਨੂੰ ਸੈਂਟੈਂਸ ਤੋਂ ਲੈ ਕੇ ਹੋਊਗੀ, ਜਿਹੜੇ ਕਿ ਬਾਇਸਡ ਡਿਸੀਜਨ ਹੈਗਾ ਫਰੋਮ ਦਾ ਸਾਈਡ ਆਫ ਗਵਰਨਮੈਂਟ। ਕਿਉਂਕਿ ਇੱਥੇ ਸੁਰਿੰਦਰ ਜੀ ਥੋੜਾ ਜਿਹਾ ਮੈਂ ਕਲੈਰੀਫਾਈ ਕਰਨੀ ਕਹਿਦਾ ਬਈ, ਜਿਹੜੀ ਵੀ ਰਿਪੋਰਟ ਰਿਗਾਰਡਿੰਗ ਪਰੋਲ ਗਵਰਨਮੈਂਟ ਵਿੱਚੋਂ ਵੱਲੋਂ ਬਣਾ ਕੇ ਭੇਜੀ ਜਾਂਦੀ ਆ, ਉਹਨੂੰ ਹਾਈ ਕੋਰਟ ਜਾਂ ਐਪਰੋਪ੍ਰੀਏਟ ਕੋਰਟ ਅਸੈਪਟ ਕਰਦਾ ਹੀ ਹੈਗਾ ਵਾ। ਤੇ ਇਹ ਜੁਡੀਸ਼ਰੀ ਦਾ ਕੱਟ ਤੇ ਗਵਰਨਮੈਂਟ ਦਾ ਜਿਹੜਾ ਹੈਗਾ ਵਾ ਪਾਰਟ ਜ਼ਿਆਦਾ ਹੈਗਾ। ਤੇ ਗਵਰਨਮੈਂਟ ਹਮੇਸ਼ਾ ਵੋਟਾਂ ਦੀ ਸਿਆਸਤ ਦੇ ਨਾਲ ਇਹ ਸਾਰਾ ਕੁਝ ਕਰ ਰਹੀ ਆ, ਪਰ ਜੁਡੀਸ਼ਰੀ ਦਾ ਇੰਨਾ ਕੁ ਹੈ ਵੀ ਉਹਨੂੰ ਇੱਕ ਵਾਚ ਡੌਗ ਬਣਦੇ ਹੋਏ ਇਹ ਚੀਜ਼ਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਜਿੱਥੇ ਇਹੋ ਜਿਹਾ ਇੱਕ ਬਾਇਸਡ ਡਿਸੀਜਨ ਹੁੰਦੇ ਹੋਣ, ਭਲਾ ਦੀ ਉਹ ਫਰੋਮ ਦਾ ਸਾਈਡ ਆਫ ਗਵਰਨਮੈਂਟ ਹੋਣ, ਉੱਥੇ ਜ਼ਰੂਰ ਸੋ ਮੋਟੋ ਲੈ ਕੇ ਇਹ ਇਸ਼ੂ ਨੂੰ ਰੇਜ਼ ਕਰਨਾ ਚਾਹੀਦਾ। ਇੱਕ ਪਾਸੇ ਤਾਂ ਜਿਹੜੇ 32 ਸਾਲਾਂ ਤੋਂ ਅੰਦਰ ਬੈਠੇ ਨੇ, ਮੈਂਟਲੀ ਪ੍ਰੋਪਰ ਹੈ ਵੀ ਹੈ ਨਹੀਂ ਗੇ, ਮੈਂਟਲੀ ਅਪਸੈਟ ਹੋ ਚੁੱਕੇ ਨੇ, ਗਵਰਨਮੈਂਟ ਵੱਲੋਂ ਰਿਕਮੈਂਡੇਸ਼ਨ ਜਾਂਦੀ ਆ ਵੀ ਇਹ ਸਮਾਜ ਲਈ ਖਤਰਾ ਨੇ, ਤੇ ਉੱਥੇ ਤਾਂ ਹਾਈ ਕੋਰਟ ਜਾਂ ਸਾਡੀਆਂ ਜੁਡੀਸ਼ਰੀਆਂ ਵਾ ਚੁੱਪ ਕਰ ਜਾਂਦੀਆਂ ਵਾ। ਤੇ ਜਿੱਥੇ ਰਾਮ ਰਹੀਮ ਜੀ ਤੇ ਮਰਡਰ ਤੇ ਰੇਪ ਦੇ ਹੁਣ ਇਲਜ਼ਾਮ ਜੇ ਰਿਪੋਰਟ ਇਹਦੀ ਸਰਕਾਰ ਵੱਲੋਂ ਜਾਂਦੀ ਆ, ਤਾਂ ਸਾਡੀ ਜੁਡੀਸ਼ਰੀ ਐਕਸੈਪਟ ਕਰਦੀ ਹੈ। ਇੱਕ ਸ਼ਰਮਨਾਕ ਗੱਲ ਹੈਗੀ। ਡਾਕਟਰ ਸਾਹਿਬ, ਇੱਕ ਪਾਸੇ ਤੁਸੀਂ ਦੇਖੋ ਵੀ ਸਿਰਫ ਸਟੇਟਮੈਂਟ ਦੇ ਦੇਣੀ ਕਿ ਨਹੀਂ ਇਹ ਤਾਂ ਉਹਨਾਂ ਦਾ ਅਧਿਕਾਰ ਹੈ, ਤੇ ਦੂਜੇ ਪਾਸੇ ਅਧਿਕਾਰਾਂ ਉਹਨਾਂ ਦੇ ਅਧਿਕਾਰ ਹੈ ਨਹੀਂ ਜਿਨ੍ਹਾਂ ਆਪਾਂ ਜ਼ਿਕਰ ਕਰ ਰਹੇ, ਬੰਦੀ ਸਿੱਖਾਂ ਦਾ ਕੋਈ ਅਧਿਕਾਰ ਨਹੀਂ। ਅਗਰ ਅੱਜ ਸਰਕਾਰ ਨੂੰ ਜੇ ਪੁੱਛਿਆ ਜਾਂਦਾ, ਹਰਿਆਣਾ ਗਵਰਨਮੈਂਟ ਨੂੰ ਪੁੱਛਿਆ ਜਾਂਦਾ, ਕਹਿੰਦੇ ਨਹੀਂ ਇਹ ਤਾਂ ਉਹਨਾਂ ਦਾ ਅਧਿਕਾਰ ਬਣਦਾ, ਉਹਨਾਂ ਦੇ ਜੋ ਰੂਲਸ ਨੇ ਉਹ ਰੂਲ ਦੇ ਹਿਸਾਬ ਨਾਲ ਇਹ ਪੈਰੋਲ ਮਿਲਦੀ ਹੈ, ਬਾਕੀ ਵਾਲੇ ਪਾਸੇ ਉਹ ਰੂਲ ਖਤਮ ਹੋ ਜਾਂਦੇ ਨੇ। ਫੰਡਾਮੈਂਟਲ ਰਾਈਟ ਜਿਹੜੇ ਕਨਸਟੀਟਿਊਸ਼ਨ ਵਿੱਚ ਲਿਖੇ ਆ ਜਾਂ ਜਿਹੜੇ ਅਸੀਂ ਪੜ੍ਹਦੇ ਆ, ਉਹ ਮਨੀਪੁਰ 'ਚ ਵੀ ਉਹੀ ਨੇ, ਹਰਿਆਣੇ 'ਚ ਵੀ ਉਹੀ ਨੇ, ਪੰਜਾਬ 'ਚ ਉਹੀ ਨੇ। ਤੇ ਜੇ ਉਹਨਾਂ ਦਾ ਹਰਿਆਣੇ ਵਾਲੇ ਪਾਸਿਓਂ ਹੈਗਾ ਵਾ ਅਧਿਕਾਰ, ਤਾਂ ਪੰਜਾਬ ਵਾਲੇ ਪਾਸਿਓਂ ਵੀ ਅਧਿਕਾਰ ਹੈਗਾ। ਜੇ ਕੋਈ ਦਿੱਲੀ 'ਚ ਕਨਵਿਕਟਡ ਹੈਗਾ ਵਾ, ਉਹਦਾ ਵੀ ਅਧਿਕਾਰ ਹੈਗਾ ਵਾ। ਇਹ ਵੱਡਾ ਹਿਊਮਨ ਰਾਈਟ ਇਸ਼ੂ ਹੈਗਾ ਵਾ। ਗਵਰਨਮੈਂਟ ਨੂੰ ਇਹਨੂੰ ਬੜੇ ਸੰਜੀਦਾ ਨਾਲ ਦੇਖਣਾ ਚਾਹੀਦਾ ਵਾ। ਤੇ ਪਤਾ ਨਹੀਂ ਸਿਰਫ ਤੇ ਸਿਰਫ ਸੁਰਿੰਦਰ ਜੀ, ਜੇ ਮੈਂ ਕਹਿਦਾ ਇਸ ਮਸਲੇ ਤੇ, ਰਾਮ ਰਹੀਮ ਵਾਲੇ ਮਸਲੇ ਦੇ ਵਿੱਚ ਤਾਂ ਵੋਟਾਂ ਦੀ ਰਾਜਨੀਤੀ ਹੋ ਰਹੀ ਆ ਬਈ ਉਹ ਡੇਰਾ ਕਿਸ ਪਾਰਟੀ ਨੂੰ ਝੁਕੂਗਾ, ਉਹ ਵੋਟਾਂ ਦੀ ਰਾਜਨੀਤੀ ਹੋ ਰਹੀ ਹੈ। ਤੇ ਸੰਵਿਧਾਨ ਦੀ ਗੱਲ ਨਹੀਂ ਹੋ ਰਹੀ ਇੱਥੇ, ਕਾਨੂੰਨ ਦੀ ਗੱਲ ਨਹੀਂ ਹੋ ਰਹੀ। ਸਰਕਾਰ ਵੱਲੋਂ ਰਿਪੋਰਟ ਬਣਾ ਕੇ ਭੇਜੀ ਜਾਂਦੀ ਆ, ਤਾਂ ਸਾਡੇ ਕੋਰਟਸ ਉਹਨੂੰ ਅਸੈਪਟ ਕਰ ਰਹੇ ਆ। ਤੇ ਮਾੜੀ ਗੱਲ ਹੈਗੀ, ਬਹੁਤ ਮਾੜੀ ਗੱਲ ਹੈਗੀ ਸੁਰਿੰਦਰ ਜੀ। ਇੱਕ ਪਹਿਲੀ ਜਿਹੜੀ ਆਪਾਂ ਮਨੀਪੁਰ ਦਾ ਕਹਿੰਦੇ ਸੀਗੇ, ਉਹ ਵੀ ਆਪਣੇ ਵਿਊਅਰਸ ਨੂੰ ਦੱਸਣਾ ਬਹੁਤ ਲਾਜ਼ਮੀ ਆ। ਜਿਸ ਤਰ੍ਹਾਂ ਨਾਲ ਸੁਪਰੀਮ ਕੋਰਟ ਨੇ ਅੱਜ ਸਿਊ ਮੋਟੋ ਲੈ ਕੇ ਕੱਲ ਦੀ ਵਾਇਰਲ ਵੀਡੀਓ ਤੇ ਆਪ ਦਾ ਡੰਡਾ ਸਰਕਾਰ ਉੱਤੇ ਚਲਾਇਆ ਹੋਇਆ, ਇਹ ਵੀ ਮੈਨੂੰ ਲੱਗਦਾ ਹਿੰਦੁਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ। ਡਬਲ ਇੰਜਣ ਦੀ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਵੀ ਤੁਸੀਂ ਕੁਝ ਕਰੋ, ਨਹੀਂ ਤਾਂ ਅਸੀਂ ਕਰਕੇ ਦਿਖਾਉਣੇ ਆ ਕਿਵੇਂ ਕਰੀਦਾ ਵਾ। ਤੇ ਇਹ ਵੀ ਡਬਲ ਇੰਜਣ ਦੀ ਸਰਕਾਰ ਲਈ ਬਹੁਤ ਸ਼ਰਮ ਦੀ ਗੱਲ ਆ। ਤੇ ਇਹ ਸਰਕਾਰ ਜਿਹੜੀਆਂ ਵੋਟਾਂ ਦੀ ਰਾਜਨੀਤੀ ਤੇ ਸਿਰਫ ਇੱਕ ਸਮੁਦਾਇ ਨੂੰ ਦੂਜੇ ਸਮੁਦਾਇ ਨਾਲ ਲੜਾਉਂਦੀਆਂ, ਤੇ ਉਸ ਦੀ ਮੈਂ ਤਾਂ ਇੱਥੋਂ ਤੱਕ ਕਹੂੰਗਾ ਵੀ ਜਨਾਨੀਆਂ ਨੂੰ, ਲੇਡੀਜ਼ ਨੂੰ ਆਪਦੀ ਪ੍ਰੋਪਰਟੀ ਸਮਝਦੀਆਂ, ਤਾਂ ਵੀ ਸਰਕਾਰ ਚੁੱਪ ਕਰਕੇ ਰਹਿੰਦੀ ਆ।
ਤੇ ਇਹ 2024 ਦੇ ਵਿੱਚ ਤਾਂ ਨਤੀਜੇ ਜਿਹੜੇ ਆਉਣਗੇ ਹੀ, ਪਰ ਅੱਜ ਦੀ ਤਰੀਕ ਵਿੱਚ ਇਹ ਸਵਾਲ ਜ਼ਰੂਰ ਖੜੇ ਹੁੰਦੇ ਆ ਵੀ ਇਹ ਡਬਲ ਇੰਜਨ ਦੀ ਸਰਕਾਰ ਜਿਹੜੀ ਹੈਗੀ ਆ ਇਹ ਮਨੁੱਖੀ ਵਿਰੋਧੀ ਸਥਾਪਿਤ ਹੋ ਰਹੀ ਆ, ਐਂਟੀ ਹਿਊਮਨ ਰਾਈਟ ਸਥਾਪਿਤ ਹੋ ਰਹੀ ਆ। ਤੇ PM ਸਾਹਿਬ ਦਾ ਵੀ ਅੱਜ ਜਿੰਨੇ ਬੋਲੇ ਆ ਉਹ ਤੋਂ ਸਾਡਾ ਪੂਰਾ ਦੇਸ਼ 142 ਹਜ਼ਾਰ ਕਰੋੜ ਦੀ ਜਿਹੜੀ ਆਬਾਦੀ ਆ ਉਹ ਵੀ ਸੰਤੁਸ਼ਟ ਨਜ਼ਰ ਨਹੀਂ ਆ ਰਹੀ ਵੀ ਐਡੀ ਵੱਡੀ ਘਟਨਾ ਤੇ ਤੁਸੀਂ ਇੱਕ ਸਿਰਫ ਪੋਲੀਟੀਕਲ ਸਟੇਟਮੈਂਟ ਦੇ ਕੇ ਚੁੱਪ ਕਰ ਜਾਂਦੇ ਹੋ। ਤਾਂ ਮੈਨੂੰ ਲੱਗਦਾ ਇਹ ਜਿਹੜੇ ਹੈਗੇ ਆ ਸੋਸ਼ਲਿਸਟ ਸੋਚ ਦੇ ਬੰਦੇ ਇੱਥੇ, ਉਹਨਾਂ ਦੇ ਲਈ ਇਹ ਬੜਾ ਹੀ ਇੱਕ ਜਿਵੇਂ ਸਮਝਦੇ ਮਜ਼ਾਕ ਤੇ ਇੱਕ ਦੁਖਦਾਈ ਗੱਲ ਹੈਗੀ ਆ। ਸੁਰਿੰਦਰ ਜੀ, ਵੱਡੀ ਗੱਲ ਇਹ ਵੀ ਆ, ਮੈਂ ਇੱਥੇ ਮੀਡੀਆ ਨੂੰ ਵੀ ਉਲਾਂਭਾ ਦੇਣਾ ਚਾਹੁੰਦਾ ਵਾ, ਜਿਹੜਾ ਆਪਣੇ ਵੱਡੇ ਵੱਡੇ ਮੀਡੀਆ ਹਾਊਸਿਸ ਹੈਗੇ ਆ ਉਹ ਵੀ ਜਮਾਂ ਹੀ ਆਪਦੀ ਡਿਊਟੀ ਭੁੱਲ ਕੇ ਚੁੱਪ ਕਰੀ ਬੈਠੇ ਨੇ। ਅੱਜ ਐਡੀ ਵੱਡੀ ਘਟਨਾ ਹੋ ਜਾਣੀ, ਇਹ ਤਾਂ ਸੋਸ਼ਲ ਮੀਡੀਆ ਤੇ ਆ ਜਾਣਾ ਤਾਂ ਆਵਾਮ ਨੂੰ ਪਤਾ ਲੱਗ ਜਾਣਾ, ਅਦਰਵਾਈਜ਼ ਪਤਾ ਨਹੀਂ ਇੰਨੀਆਂ ਕਿੰਨੀਆਂ ਕੁ ਘਟਨਾ ਹੁੰਦੀਆਂ ਹੋਣੀਆਂ ਜਿਹੜੀਆਂ ਸਿਰਫ ਤੇ ਸਿਰਫ ਉਸ ਦਾਇਰੇ ਦੇ ਵਿੱਚ ਸਿਮਟ ਕੇ ਰਹਿ ਜਾਂਦੀਆਂ ਵਾ। ਤੇ 21ਵੀਂ ਸਦੀ ਵਿੱਚ ਇਹ ਘਰਾਉਣੀਆਂ ਘਟਨਾਵਾਂ ਮਨੁੱਖੀ ਸਮਾਜ ਦੇ ਉੱਤੇ ਜਿੱਥੇ ਇੱਕ ਕਲੰਕ ਆ, ਉੱਥੇ ਹੀ ਸੱਭਿਆ ਸਮਾਜ ਦੇ ਉੱਤੇ ਇੱਕ ਬਹੁਤ ਵੱਡੀ ਸਟਿਗਮਾ ਹੈਗਾ। ਬਿਲਕੁਲ ਡਾਕਟਰ ਸਾਹਿਬ, ਕਿਉਂਕਿ ਇੱਕ ਪਾਸੇ ਤੁਸੀਂ ਦੇਖੋ ਵੀ ਆਪਾਂ ਸਮਾਜ ਨੂੰ ਕੀ ਦੇ ਰਹੇ ਹਾਂ, ਤੁਸੀਂ ਵੋਟਾਂ ਦੀ ਰਾਜਨੀਤੀ ਕਰਨੀ ਉਹ ਬਾਅਦ ਦੀਆਂ ਗੱਲਾਂ ਨੇ, ਪਰ ਸਮਾਜ ਨੂੰ ਕੀ ਦੇ ਰਹੇ ਹਾਂ? ਇੱਕ ਬਲਾਤਕਾਰ ਕਰਦਾ ਹੈ ਤੇ ਜਿਨਸੀ ਕਤਲ ਕਰਦਾ, ਉਹਨੂੰ ਅਸੀਂ ਪੈਰੋਲ ਦੇ ਦਿੰਦੇ ਹਾਂ, ਤਾਂ ਫਿਰ ਕਿਵੇਂ ਨਹੀਂ, ਕਿਵੇਂ ਰੋਕ ਲਾਂਗੇ ਅਸੀਂ? ਆਉਣ ਵਾਲਾ ਕੋਈ ਸੱਚਾ ਸੁੱਧਾ ਡੇਰੇ ਵਾਲਾ ਕਿਉਂ ਨਹੀਂ ਕਰੂਗਾ? ਉਹ ਜਦੋਂ ਇਹ ਦੇਖੂਗਾ ਕਿ ਇਹਨੇ ਵੀ ਇੰਨੇ ਗੁਨਾਹ ਕਰਨ ਤੋਂ ਬਾਵਜੂਦ ਸਰਕਾਰ ਉਹਦੇ ਹੱਥਾਂ 'ਚ ਖੇਡੀ ਜਾਂਦੀ ਹੈ, ਇਸ ਦਾ ਕੋਈ ਦੋਰਾਏ ਨਹੀਂ ਹੈ। ਜਿਵੇਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਉਹਦੀ ਵੋਟਾਂ ਦੀ ਰਾਜਨੀਤੀ ਆ, ਉਹ ਕੁਝ ਮਰਜ਼ੀ ਕਰੇ, ਯਾਨੀ ਕਿ ਸਜ਼ਾ ਹੋਣ ਦੇ ਬਾਵਜੂਦ ਵੀ 7ਵੀਂ ਵਾਰ ਆਪਾਂ ਪੈਰੋਲ ਦੇ ਦਿੰਦੇ ਹਾਂ, ਤਾਂ ਕਿਤੇ ਨਾ ਕਿਤੇ ਮੈਸੇਜ ਕੀ ਦੇ ਰਿਹਾ? ਜਿੱਦਾਂ ਮੈਂ ਪਹਿਲਾਂ ਵੀ ਇਹੀ ਜ਼ਿਕਰ ਕੀਤਾ, ਮਨੀਪੁਰ ਵਾਲੀ ਆਪਾਂ ਕਿਉਂ ਕਹਿ ਰਹੇ ਹਾਂ ਕਿ ਸਖਤ ਸਜ਼ਾ ਹੋਣੀ ਚਾਹੀਦੀ ਹੈ? ਇੱਥੇ ਕੀ ਆਪਾਂ ਉਹਨੂੰ ਸਜ਼ਾ ਜਿਹੜੀ ਦਿੱਤੀ ਉਹ ਸਖਤ, ਕਿੰਨੀ ਕੁ ਸਖਤ ਲੱਗਦੀ ਹੈ ਤੁਹਾਨੂੰ? ਅੰਦਰੋਂ ਸਭ ਕੁਝ ਚੱਲਦਾ? ਬਿਲਕੁਲ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਜਿਹੋ ਜਿਹਾ ਜੁਰਮਾ ਸਜ਼ਾ ਮਨੀਪੁਰ ਵਾਲੇ ਕੇਸ ਦੇ ਵਿੱਚ ਵੀ ਤਾਲੀਬਾਨੀ ਸਜ਼ਾ ਹੋਣੀ ਚਾਹੀਦੀ ਆ। ਅੱਜ ਸੁਰਿੰਦਰ ਜੀ ਇਨਸੀਡੈਂਟ ਹੋ ਰਹੇ ਨੇ, ਹੁਣ ਪੰਜਾਬ ਦੇ ਵਿੱਚ ਤੁਸੀਂ ਨਸ਼ਿਆਂ ਨੂੰ ਲੈ ਕੇ ਲੋਕੀ ਬਾਹਰ ਆ ਗਏ ਨੇ, ਆਪਣੇ ਹੱਥਾਂ ਦੇ ਵਿੱਚ ਉਹਨਾਂ ਨੇ ਇਹ ਨਸ਼ਿਆਂ ਨੂੰ ਕੰਟਰੋਲ ਕਰਨ ਦਾ ਮੁੱਦਾ ਰੱਖ ਲਿਆ ਵਾ। ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵੀ ਜਿੱਥੇ ਸਿਰਫ ਤੇ ਸਿਰਫ ਵੋਟਾਂ ਦੀ ਰਾਜਨੀਤੀ ਹੋ ਰਹੀ ਆ, ਸਰਕਾਰ ਜਾਂ ਐਡਮਿਨਿਸਟ੍ਰੇਸ਼ਨ ਆਪਦੀ ਡਿਊਟੀ ਤੋਂ ਫੇਲ ਹੋ ਰਿਹਾ ਵਾ, ਉੱਥੇ ਅਰਾਜਕਤਾ ਫੈਲ ਰਹੀ ਆ, ਉੱਥੇ ਲੋਕ ਆਪ ਮੁਹਾਰੇ ਬਾਹਰ ਆ ਕੇ ਇਹੋ ਜਿਹੇ ਇਲਜ਼ਾਮ ਦੇ ਰਹੇ ਨੇ। ਪਿੱਛੇ ਮੈਨੂੰ ਲੱਗਦਾ ਆਪਾਂ ਦੇਖਿਆ ਹੈਦਰਾਬਾਦ ਦੀ ਵੀ ਘਟਨਾ ਸੀਗੀ ਜਿੱਥੇ ਇਨਕਾਊਂਟਰ ਸਿੱਧੇ ਹੋ ਰਹੇ ਨੇ, ਆਪ ਸਿੱਧੀਆਂ ਮਾਰੇ ਜਾ ਰਹੇ ਨੇ। ਤੇ ਮਨੀਪੁਰ ਵਾਲੇ ਦੇ ਵਿੱਚ ਵੀ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਆ, ਨਹੀਂ ਤਾਂ ਕੋਈ ਨਾ ਕੋਈ ਇਹੋ ਜਿਹਾ ਇੰਸੀਡੈਂਟ ਹੋਣੋਂ ਆਪਾਂ ਰੋਕ ਨਹੀਂ ਸਕਦੇ। ਤੇ ਇਹ ਵੀ ਕਿਉਂਕਿ ਨਿਰਾਸ਼ ਨੇ ਲੋਕੀ, ਇੱਥੇ ਤਾਂ ਸਿਰਫ ਤੇ ਸਿਰਫ ਇਹਨੂੰ ਰਾਮ ਰਹੀਮ ਨੂੰ ਪਰੋਲ ਹੀ ਨਹੀਂ ਦਿੱਤੀ ਜਾ ਰਹੀ, ਇੱਕ ਮਿਨੋਰਟੀ ਕਮਿਊਨਿਟੀ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਕਿਸ ਤਰ੍ਹਾਂ ਦੀ ਪਹਿਲਾਂ ਰਾਜਨੀਤੀ ਹੋਈ ਆ, ਮੈਂ ਉਸ ਪਾਸੇ ਨੂੰ ਨਾ ਜਾਵਾਂ, ਪਰ ਸਿਰਫ ਤੇ ਸਿਰਫ ਅੱਜ ਦੀ ਤਰੀਕ ਦੇ ਵਿੱਚ ਆਪਾਂ ਕੰਪੈਰੀਜ਼ਨ ਵਿਦ ਦਾ ਬੰਦੀ ਸਿੱਖ ਐਂਡ ਦਾ ਅਦਰ ਪ੍ਰਿਜ਼ਨਰ ਕਰੀਏ ਤਾਂ ਬਾਬਾ ਰਾਮ ਰਹੀਮ ਵੀ ਤਾਂ ਉਹਨਾਂ ਕੀ, ਸੌਰੀ ਬਾਬਾ ਤਾਂ ਨਹੀਂ ਬਣਦਾ ਕਹਿਣਾ, ਉਹਨਾਂ ਕੀ ਹੀ ਇੱਕ ਮਨੁੱਖ ਹੀ ਹੈਗਾ ਵਾ ਜਿੰਨਾ ਕਿ ਦੂਜੇ ਇੱਥੇ ਮਨੁੱਖ ਹੈਗੇ ਆ। ਤੇ ਇਹੋ ਜਿਹਾ ਉਹਨੂੰ ਪਰੋਲ ਤੇ ਬਾਰ-ਬਾਰ ਛੱਡਿਆ ਜਾਣਾ, ਮੈਨੂੰ ਲੱਗਦਾ ਸਰਕਾਰਾਂ ਦੀ ਜਿੱਥੇ ਨਲਾਇਕੀ ਹੈਗੀ ਉੱਥੇ ਐਡਮਿਨਿਸਟ੍ਰੇਸ਼ਨ ਦੀ ਵੀ ਨਲਾਇਕੀ ਆ। ਇਹ ਵੋਟਾਂ ਦੀ ਰਾਜਨੀਤੀ ਨੇ ਫਿਰ ਜਿਹੋ ਜਿਹਾ ਫੜ ਲਾਉਣਾ ਵਾ, ਆਪਾਂ ਉਹ ਸਾਰਾ ਅੱਗੇ ਜਾਣਦੇ ਹੀ ਆ ਵੀ ਉਹਦੇ ਪ੍ਰੀਣਾਮ ਕਿਹੋ ਜਿਹੇ ਹੋ ਸਕਦੇ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਮੇਰੇ ਨਾਲ ਜੁੜੇ ਤੇ ਆਪਦੀ ਬੇਬਾਕ ਰਾਏ ਰੱਖੀ, ਬਹੁਤ ਬਹੁਤ ਧੰਨਵਾਦ ਆਪਦਾ ਸਮਾਂ ਦੇਣ ਲਈ। ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ। ਇਹ ਸੀ ਡਾਕਟਰ ਬੂਟਾ ਸਿੰਘ ਵੈਰਾਗੀ ਜੀ, ਕਹਿੰਦੇ ਵਾਕਈ ਸਰਕਾਰਾਂ ਨੂੰ ਵੀ ਸੋਚਣਾ ਪਏਗਾ, ਐਡਮਿਨਿਸਟ੍ਰੇਸ਼ਨ ਨੂੰ ਵੀ ਸੋਚਣਾ ਪਏਗਾ, ਸਾਨੂੰ ਐਗਜ਼ਾਮਪਲਾਂ ਸੈੱਟ ਕਰਨੀਆਂ ਪੈਣਗੀਆਂ, ਨਹੀਂ ਤਾਂ ਜੋ ਤਸਵੀਰਾਂ ਅੱਜ ਦੇਖੀਆਂ ਨੇ ਇਹਨਾਂ ਨੂੰ ਅੱਗੇ ਆਉਣ ਤੇ ਇਹ ਨਹੀਂ ਇੱਥੇ ਨਹੀਂ ਰੁਕਣਗੀਆਂ, ਐਗਜ਼ਾਮਪਲ ਸੈੱਟ ਕਰਨੀ ਪਏਗੀ। ਦੇਖਣਾ ਹੋਏਗਾ ਹੁਣ ਡਬਲ ਇੰਜਨ ਸਰਕਾਰ ਮਨੀਪੁਰ ਦੇ ਵਿੱਚ ਕਿੰਨੀ ਤੇਜ਼ੀ ਨਾਲ, ਉਹੀ ਡਬਲ ਇੰਜਨ ਤੇਜ਼ੀ ਦੇ ਨਾਲ ਉੱਥੇ ਕਾਰਵਾਈ ਕਰਦੀ ਹੈ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਖੈਰ, ਇਹ ਸੀ ਅੱਜ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ ਨਜ਼ਰੀਆ ਬਿਉਂਡ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।